राग सूही बाणी श्री रविदास जी की। एक ओंकार सतगुर प्रसाद सह की सार सुहागण जानै। सह की सार सुहागण जानै। तज अभिमान सुख रलिया मानै। तन मन दे न अंतर रखै। अवरा देखो ना सुनै अभाखै। सो कत जानै पीर पराई। जां कै अंतर दर्द ना पाई। रहाऊ दुखी दुहागना दोए पख हीनी। जिन नाह निरंतर भगत ना कीनी। पुरसलात का पंथ दुहेला। संग ना साथी गवन अकेला। दुखिया दर्द बंद दरियाया। बहुत प्यास जवाब ना पाया। कह रविदास शरण प्रभ तेरी। ज्यों जानो त्यों कर गत मेरी। कह रविदास शरण प्रभ तेरी। ज्यों जानो त्यों कर गत मेरी। चबर छतर तख दा मालक साहिब श्री गुरु ग्रंथ साहिब महाराज सच्चे पातशाह जी दे पावन दरबार दी हाजरी भर रहे गुरमुख प्यारिओ, आप बड़े सुभागे हो। बख्शिश सतगुरां दी गुरबाणी सुनने दे लिए आपां सत संगत दी इस गुरमत क्लास विच पहुंचे हाँ। आओ हाजरी लवाइए। उपरंत गुरु पातशाह जी दे पावन बोलां नूं अपनी हिरदे दी तिजोरी विच संभालण दा यतन करांगे। सब ने बोलना जी आखिओ वाहिगुरू जी का खालसा वाहिगुरू जी की फतेह। धन साहिब श्री गुरु ग्रंथ साहिब महाराज जी दी पावन दे अंदर सूही राग दी बार दे विच भगत रविदास जी ने अज दा पावन शब्द बख्शिश कीता है। शब्द दे बड़े प्यारे बोल ने। गल कीती है प्रभु परमात्मा परमेश्वर अकाल पुरख जी, जो साडी इउं कह लईए आत्मा दे पति ने, साडे पति ने, साडे मालक ने। सह भी कहा, कंत भी कहा, उन्होंने खसम भी कहा।
ਜਿਨ੍ਹਾਂ ਦਾ ਮਾਲਕ ਵਿਛੜ ਜਾਏ, ਖਸਮ ਵਿਛੜ ਜਾਏ, ਪ੍ਰਮਾਤਮਾ, ਉਹਨਾਂ ਅੰਦਰ ਦਰਦ ਤਾਂ ਸੁਭਾਵਿਕ ਹੀ ਉੱਠ ਖੜਦਾ ਨਾ। ਤੇ ਜੇ ਸਾਡੇ ਅੰਦਰ ਪੀੜ, ਦਰਦ ਉਹ ਵਾਹਿਗੁਰੂ ਮਾਲਕ ਵਿਛੜਨ ਤੇ ਪੈਦਾ ਨਹੀਂ ਹੋਇਆ, ਫਿਰ ਅਸੀਂ ਆਪਣੇ ਆਪ ਨੂੰ ਪੁੱਛਾਂਗੇ ਵੀ ਸਾਡੇ ਅੰਦਰ ਪ੍ਰਭੂ ਪਰਮਾਤਮਾ ਦੇ ਵਿਛੜਨ ਦਾ ਦਰਦ ਕਿਉਂ ਨਹੀਂ ਪੈਦਾ ਹੋਇਆ? ਇਹਦਾ ਕਾਰਨ ਕੀ ਹੈ? ਇਹਦਾ ਮਤਲਬ ਕੀ ਹੈ? ਵਜ੍ਹਾ ਕੀ ਹੈ? ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਪਰਮਾਤਮਾ ਦੀ ਭਗਤੀ ਦੀ ਦਾਤ ਵਾਸਤੇ ਪ੍ਰਭੂ ਦਰ ਤੋਂ ਰੋਜ਼ ਮੰਗਿਆ ਕਰ। ਆਪਣੇ ਅੰਦਰ ਇਸ ਗੱਲ ਦਾ ਅਹਿਸਾਸ ਕਰ ਵੀ ਮੈਂ ਵਿਛੜਿਆ ਹੋਇਆ, ਮੈਂ ਟੁੱਟਿਆ ਹੋਇਆ, ਮੈਂ ਨਿਭਾਗਾ ਹਾਂ, ਮੂਰਖ ਹਾਂ। ਆਪਣੇ ਆਪ ਨੂੰ ਨਚੀਜ਼ ਜਾਣ ਕੇ, ਮੈਂ ਕਿਸੇ ਵੀ ਕੰਮ ਦਾ ਨਹੀਂ ਹਾਂ, ਨਚੀਜ਼ ਹਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਿਕੰਮਾ ਹਾਂ। ਇੱਦਾਂ ਦੀ ਕੁਝ ਸਥਿਤੀ ਬਣਾ। ਉਹ ਤੇਰੇ ਇੱਦਾਂ ਦੇ ਹਾਲਾਤ ਵੇਖ ਕੇ ਖੁਸ਼ ਨਹੀਂ ਹੁੰਦਾ, ਵੀ ਮਤਲਬ ਉਹ ਆਪਾਂ ਨੂੰ ਇੱਦਾਂ ਦਾ ਦੇਖ ਕੇ ਖੁਸ਼ ਹੁੰਦਾ ਹੋਵੇ। ਉਹਦੇ ਖੁਸ਼ ਹੋਣ ਦਾ ਕਾਰਨ ਨਹੀਂ, ਉਹਦਾ ਮਤਲਬ ਇਹ ਆ ਵੀ ਆਪਣੇ ਅੰਦਰੋਂ ਹਉਮੈ ਹੰਗਤਾ ਨੂੰ ਕੱਢ ਦੇ। ਜਦੋਂ ਹਉਮੈ ਨਿਕਲ ਗਈ, ਨਿਮਰਤਾ ਵਿੱਚ ਪਹੁੰਚ ਗਿਆ। ਹਉਮੈ ਨਿਕਲ ਗਈ, ਆਪਣੇ ਆਪ ਨੂੰ ਕੀ ਕਹਿਣਾ ਸ਼ੁਰੂ ਕਰ ਦਿੱਤਾ? ਮੈਂ ਮੂਰਖ ਕੀ ਕੇਤਕ ਬਾਤ ਹੈ। ਜੇ ਗੁਰੂ ਕਹਿੰਦਾ ਨਾ ਮੈਂ ਮੂਰਖ, ਅਸੀਂ ਵੀ ਕਵਾਂਗੇ। ਜਿੰਨਾ ਟਾਈਮ ਹਉਮੈ ਹੈ, ਵਿਕਾਰਾਂ ਦੇ ਦਬਾਅ ਥੱਲੇ ਆ, ਅਸੀਂ ਪ੍ਰਭਾਵ ਥੱਲੇ ਆ, ਉਹਨਾਂ ਟਾਈਮ ਅਸੀਂ ਭਗਤੀ ਗੁਰਦੇਵ ਪਰਮੇਸ਼ਰ ਪਰਮਾਤਮਾ ਦੀ ਨਹੀਂ ਕਰ ਸਕਾਂਗੇ। ਅੱਜ ਦਾ ਪਾਵਨ ਉਪਦੇਸ਼ ਭਗਤ ਜੀ ਜ਼ਿਕਰ ਕਰਦੇ ਨੇ, ਰਾਗ ਸੂਫੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਬੋਲ ਪੰਜਵੇਂ ਪਾਤਸ਼ਾਹ ਨੇ ਲਿਖਵਾਏ ਨੇ। ਰਾਗ ਸੂਫੀ, ਸੂਹੀ ਰਾਗ ਦੇ ਵਿੱਚ ਬਾਣੀ ਭਗਤ ਰਵਿਦਾਸ ਜੀਓ ਕੀ। ਭਗਤ ਰਵਿਦਾਸ ਬੜੇ ਪਿਆਰ ਦੇ ਨਾਲ ਲਿਖਿਆ, ਜੀ ਬੜੇ ਪਿਆਰ ਦੇ ਨਾਲ ਲਿਖਿਆ। ਅੱਗੇ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਬੋਲਣੇ ਇਹ ਉਹ ਪਰਮਾਤਮਾ ਦੀ ਕਿਰਪਾ ਸਦਕਾ ਸਾਨੂੰ ਪ੍ਰਾਪਤ ਹੋਇਆ। ਤਉ ਮੈਂ ਆਇਆ, ਸ਼ਰਣੀ ਆਇਆ, ਭਰੋਸਾ ਆਇਆ, ਤੇਰੇ ਆਇਆ। ਜੇ ਮੈਂ ਤੇਰੀ ਸ਼ਰਨ ਵਿੱਚ ਆਇਆ ਨਾ, ਤੇਰੇ ਭਰੋਸੇ ਤੇ ਆਇਆ, ਤੇ ਤੂੰ ਕਿਰਪਾ ਕਰ, ਮਿਹਰ ਕਰ, ਬਖਸ਼ਿਸ਼ ਕਰ। ਇੱਕ ਓੰਕਾਰ ਉਹ ਵਾਹਿਗੁਰੂ ਜੀ ਦੀ, ਪਰਮੇਸ਼ਰ ਦੀ, ਪਰਮਾਤਮਾ ਦੀ ਕਿਰਪਾ। ਉਹਦੀ ਕਿਰਪਾ ਸਦਕਾ ਅਸੀਂ ਕੁਝ ਕਰ ਸਕਦੇ ਹਾਂ। ਹਿੰਮਤ ਉਪਰਾਲਾ ਸਾਡਾ, ਕਿਰਪਾ ਉਹ ਦਾਤੇ ਦੀ ਹੈ। ਬੀਜ ਕਿਸਾਨ ਨੇ ਪਾਇਆ, ਮਿਹਨਤ ਕਿਸਾਨ ਨੇ ਕੀਤੀ ਆ, ਫਲ ਉਹ ਪਰਮਾਤਮਾ ਨੇ ਦੇਣਾ। ਫਲ ਲਾਉਣਾ ਉਹ ਕਿਸਾਨ ਦੇ ਹੱਥ 'ਚ ਨਹੀਂ, ਇਹ ਤੁਹਾਨੂੰ ਸਾਰਿਆਂ ਨੂੰ ਪਤਾ। ਹਿੰਮਤ ਕਰਨੀ, ਉਪਰਾਲਾ ਕਰਨਾ, ਉਦਮ ਕਰਨਾ, ਇਹ ਸਾਡੇ ਹੱਥ ਵਿੱਚ ਆ, ਤੇ ਅੱਗੇ ਫਲ ਲਾਉਣਾ ਉਹ ਪਰਮਾਤਮਾ ਦੇ ਹੱਥ 'ਚ ਆ। ਹੁਣ ਭਗਤ ਜੀ ਅੱਗੇ ਕੀ ਕਹਿੰਦੇ ਨੇ? ਜੋ ਰਹਾਉ ਦਾ ਬੰਦਾ, ਕਿਉਂਕਿ ਰਹਾਉ ਦਾ ਬੰਦਾ ਆਪਾਂ ਨੂੰ ਪਤਾ ਪੂਰੇ ਸ਼ਬਦ ਦਾ ਵਿਚਾਲੜਾ ਹਿੱਸਾ, ਧੁਰਾ, ਸੈਂਟਰ, ਨਿਚੋੜ, ਜਿਹਦੇ ਵਿੱਚ ਪੂਰਾ ਤਤਸਾਰ ਦਿੱਤਾ ਹੁੰਦਾ। ਸੋ ਕਤ ਜਾਣੈ ਪੀਰ ਪਰਾਈ, ਸੋ ਕਤ ਜਾਣੈ, ਸੋ ਕਤ ਜਾਣੈ ਪੀਰ ਭਰਾਈ, ਜਾਂ ਕੈ ਅੰਤਰ ਦਰਦ ਨਾ ਪਾਈ। ਹੁਣ ਭਗਤ ਰਵਿਦਾਸ ਜੀ ਕਹਿੰਦੇ ਨਾ, ਕਹਿੰਦੇ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ, ਜੋ ਅੱਖਰੀ ਅਰਥ ਆ, ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਦੇ ਵਿਛੋੜੇ ਦਾ ਸੱਲ ਨਹੀਂ ਉੱਠਿਆ, ਪ੍ਰਭੂ ਪਰਮਾਤਮਾ ਜੀ ਦੇ ਵਿਛੋੜੇ ਦਾ, ਉਹਦੇ ਨਾਲੋਂ ਟੁੱਟਣ ਦਾ, ਵਿਛੜਨ ਦਾ ਸੱਲ, ਪੀੜ ਨਹੀਂ ਉੱਠੀ,
ਤਾਂ ਕੀ ਹੈ, ਉਹ ਹੋਰਨਾਂ ਗੁਰਮੁਖ ਸੁਹਾਗਣਾਂ ਦੇ ਦਿਲ ਦੀ ਇਹ ਪੀੜ ਕਿਵੇਂ ਸਮਝ ਸਕਦੀ ਆ। ਦੇਖੋ ਗੱਲ ਬੜੀ ਆਸਾਨ ਜੀ ਆ। ਮੰਨ ਲਵੋ ਜਿਹਦੇ ਪੇਟ ਵਿੱਚ ਕਦੇ ਦਰਦ ਨਹੀਂ ਹੋਇਆ ਤੇ ਉਹਦੇ ਕੋਲ ਕੋਈ ਪੇਟ ਦਾ ਰੋਗੀ, ਪੇਟ ਦਾ ਮਰੀਜ਼, ਜਿਹਦੇ ਪੇਟ ਅੰਦਰ ਦਰਦ ਹੋ ਰਿਹਾ, ਜਿੰਨਾ ਮਰਜੀ ਚੀਕਾਂ ਮਾਰੀ ਜਾਵੇ ਪਰ ਉਹ ਮਹਿਸੂਸ ਨਹੀਂ ਕਰੇਗਾ। ਇਹ ਸਾਡੀ ਕਹਾਣੀ ਆ। ਉਹਨੂੰ ਰਾਏ ਦੇਵੇਗਾ, ਤਰੀਕਾ ਦੱਸੇਗਾ, ਇਉਂ ਕਰ ਲਾ, ਆਹ ਕਰ ਲਾ, ਪਰ ਉਹਦੇ ਅੰਦਰ ਦਰਦ ਨਹੀਂ ਬਣੇਗਾ। ਕਿਉਂ? ਕਿਉਂਕਿ ਮੇਰੇ ਅੰਦਰ ਕਦੇ ਹੋਇਆ ਨਹੀਂ ਨਾ। ਜਿਹਨੂੰ ਕਦੇ ਕਿਸੇ ਤਰ੍ਹਾਂ ਦਾ ਕੋਈ ਵੀ ਰੋਗ ਦੀ ਉਦਾਹਰਨ ਲਾ ਲਓ, ਉਹ ਰੋਗ ਨਹੀਂ ਲੱਗਿਆ, ਦੂਸਰੇ ਦੇ ਰੋਗ ਲੱਗਣ ਤੇ ਉਹਦੇ ਅੰਦਰ ਕਦੇ ਦਰਦ ਦਾ ਮਹਿਸੂਸਪਣ ਨਹੀਂ ਆ ਸਕਦਾ। ਉਹ ਵਾਂਝਾ। ਹੁਣ ਇਵੇਂ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਨੇ, ਭਗਤ ਜੀ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਅੰਦਰ ਪਰਮਾਤਮਾ ਨਾਲੋਂ ਵਿਛੜਨ ਦਾ, ਉਹਦੇ ਨਾਲੋਂ ਦੂਰ ਹੋਣ ਦਾ, ਉਹਦੇ ਨਾਲੋਂ ਪਾਸਾ ਵੱਟਣ ਦਾ ਦਰਦ ਹੀ ਨਹੀਂ ਪੈਦਾ ਹੋਇਆ, ਉਹ ਬੰਦਾ ਕਾਹਦਾ। ਹੁਣ ਇਹਨੂੰ ਵੇਖਣਾ ਕਿਵੇਂ ਆਪਾਂ? ਜਿਵੇਂ ਗੁਰੂ ਨਾਨਕ ਸਾਹਿਬ ਨੇ ਮਹਿਸੂਸ ਕੀਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ। ਕਿਸ ਗੱਲ ਨੂੰ? ਜੋ ਭਗਤ ਜੀ ਕਹਿ ਰਹੇ ਨੇ। ਅੰਦਰ ਸਾਲੀ ਨਹੀਂ ਉੱਠਿਆ, ਦਰਦ ਨਹੀਂ ਉੱਠਿਆ। ਹੁਣ ਗੁਰੂ ਨਾਨਕ ਸਾਹਿਬ ਨੇ ਕੀ ਦੇਖਿਆ ਵੀ ਜਿੰਨੀ ਮਨੁੱਖਤਾ ਬਿਰਲਿਆਂ ਨੂੰ ਛੱਡ ਕੇ, ਰੱਬ ਦੇ ਪਿਆਰਿਆਂ ਨੂੰ ਛੱਡ ਕੇ, ਸਾਰੇ ਉਹ ਪਰਮੇਸ਼ਰ ਨਾਲੋਂ ਟੁੱਟ ਚੁੱਕੇ ਨੇ। ਤੇ ਵਾਹਿਗੁਰੂ ਜੀ ਨਾਲੋਂ ਟੁੱਟੇ ਹੋਇਆਂ ਦਾ ਹਾਲ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਵਾਹਿਗੁਰੂ ਨਾਲੋਂ, ਪਰਮੇਸ਼ਰ ਨਾਲੋਂ ਟੁੱਟ ਕੇ ਲੋਕ ਆਪਣੇ ਸਰੀਰਕ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਦੇ ਰਸਾਂ ਵਿੱਚ ਪੈ ਗਏ। ਕਿਸੇ ਨੂੰ ਵੇਖਣ ਦੀ ਬਿਮਾਰੀ ਲੱਗ ਗਈ, ਟੁੱਟੇ ਹੋਏ ਦੀ ਨਿਸ਼ਾਨੀ ਆ। ਕਿਸੇ ਨੂੰ ਮੰਦਾ ਬੋਲਣ ਦੀ ਜਿਹੜੀ ਅੰਦਰੋਂ ਆ ਗਈ ਬਿਮਾਰੀ ਲੱਗ ਗਈ, ਇਹ ਵੀ ਟੁੱਟੇ ਹੋਏ ਦੀ ਨਿਸ਼ਾਨੀ ਹੈ। ਕਿਉਂਕਿ ਰੱਬ ਦਾ ਪਿਆਰਾ ਤਾਂ ਮੰਦਾ ਬੋਲਣਾ ਬੋਲੀ ਹੈ, ਉਹ ਮੰਦੜਾ ਬੋਲ ਨਹੀਂ ਬੋਲਦਾ ਗਾ। ਆਮੀ ਕਹਾਵਤ ਆ ਨਾ, ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਉਹ ਮੰਦੜੇ ਬੋਲ ਨਹੀਂ ਬੋਲਦਾ ਰੱਬ ਦਾ ਪਿਆਰਾ, ਜਿਹੜਾ ਜੁੜਿਆ ਹੋਇਆ। ਅੱਛਾ, ਜਿਹੜਾ ਟੁੱਟ ਗਿਆ ਉਹਦੇ ਅੰਦਰ ਦਰਦ ਨਹੀਂ ਪੈਦਾ ਹੋਇਆ, ਤੇ ਪਰ ਮੰਦੇ ਬੋਲਾਂ ਦਾ, ਮਾੜਾ ਖਾਣ ਦਾ, ਮਾੜਾ ਵੇਖਣ ਦਾ, ਮਾੜਾ ਸੁਣਨ ਦਾ ਉਹ ਸ਼ੌਕੀਨ ਹੋ ਗਿਆ। ਜਿਹਨੂੰ ਆਪਾਂ ਕਹਿ ਲਈਏ ਉਹਦੇ ਅੰਦਰ ਰਸ ਪੈਦਾ ਹੋ ਗਿਆ, ਦੁਨਿਆਵੀ ਬਨੌਟੀ ਰਸ। ਹੁਣ ਅਸਲੀਅਤ ਹੈ ਨਾ ਵੀ ਉਹਦੇ ਅੰਦਰ ਇਹ ਨਕਲੀ ਰਸ ਬਣ ਗਿਆ, ਤੇ ਨਕਲੀ ਰਸ ਜਿਹਦੇ ਅੰਦਰ ਬਣ ਗਿਆ, ਚੇਤਾ ਰੱਖਿਓ ਉਹਨਾਂ ਦੇ ਅੰਦਰ ਕਦੇ ਪ੍ਰਮਾਤਮਾ ਨਾਲੋਂ ਵਿਛੜਨ ਦਾ ਦਰਦ, ਪੀੜ ਪੈਦਾ ਨਹੀਂ ਹੋ ਸਕਦੀ। ਪੈਦਾ ਹੋਵੇਗੀ ਕਦ? ਜਦੋਂ ਕੋਈ ਰੱਬੀ ਪਿਆਰੇ ਦੇ ਨਾਲ ਮਿਲਾਪ ਹੋਵੇਗਾ। ਗੁਰੂ ਨਾਨਕ ਸਾਹਿਬ ਨੇ ਇਹਨਾਂ ਹਾਲਾਤਾਂ ਦੇ ਵਿੱਚ ਗੁਜ਼ਰੀ ਹੋਈ ਦੁਨੀਆ ਨੂੰ ਆਪਣੀ ਅੱਖ ਦੇ ਨਾਲ ਵੇਖਿਆ। ਬਾਬਰ ਚੜ੍ਹ ਕੇ ਗਿਆ ਨਾ ਸੈਦਪੁਰੀਆਂ ਤੇ। ਹੁਣ ਸੈਦਪੁਰੀਆਂ ਦਾ ਹਾਲ ਕੀ ਆ? ਆਪਾਂ ਨੂੰ ਪਤਾ ਨਾ ਵੀ ਹਾਲ ਇਹ ਆ ਵੀ ਉਹ ਲੋਕ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਹੁਣ ਉਹ ਲੋਕ ਕਹਿਣ ਵੀ ਸਾਨੂੰ ਰੋਗ ਕੋਈ ਨਹੀਂ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਰੋਗੀ ਹੋ ਚੁੱਕੇ ਨੇ। ਜੋ ਆਪਾਂ ਥੋੜਾ ਜਿਹਾ ਵਿਸ਼ਾ ਅੱਗੇ ਬੋਲਿਆਗਾ, ਮਾੜਾ ਵੇਖਣ ਦੇ ਰੋਗੀ ਹੋ ਗਏ, ਮਾੜਾ ਸੁਣਨ ਦੇ, ਮਾੜਾ ਬੋਲਣ ਦੇ, ਆਪਣੇ ਆਪ ਨੂੰ ਗਲਤ ਕੰਮਾਂ ਦੇ ਵਿੱਚ ਉਹਨਾਂ ਨੇ ਲਾ ਲਿਆ। ਗਲਤ ਕੰਮਾਂ ਵਿੱਚ ਪ੍ਰਵੇਸ਼ ਹੋਣਾ, ਇਹ ਰੋਗੀ ਹੋਣਾ ਹੀ ਆ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਅੱਗੇ ਲਿਖਿਆ, ਜੈ ਤਨ ਜਿਸ ਤਨ ਚੋਂ ਬਾਣੀ, ਜਿਸ ਤਨ ਦੇ ਵਿੱਚੋਂ ਰੱਬੀ ਬੋਲ ਬਾਣੀ ਬਿਸਰ ਜਾਵੇ, ਉਹ ਪਰਮਾਤਮਾ ਦੇ ਗੀਤ, ਇਹ ਬ੍ਰਹਮ ਦਾ ਗਿਆਨ ਬਿਸਰ ਜਾਵੇ।
ਤਾਂ ਫਿਰ ਕੀ ਹੈ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ। ਤੇ ਅਗਲੀ ਗੱਲ ਕੀ ਹੈ, ਤਿਉ ਪੱਕਾ ਰੋਗੀ ਬਿਲ ਲਾਏ। ਮੰਨਿਆ ਜਾਂਦਾ ਵੀ ਜਿਹਨੂੰ ਕੋਹੜ ਦੀ ਬਿਮਾਰੀ ਪੈ ਜੇ ਨਾ, ਕੋਹੜ ਦੇ ਰੋਗ ਦੀ ਬਿਮਾਰੀ ਪੈ ਜੇ, ਉਹਦਾ ਇਲਾਜ ਕੋਈ ਨਹੀਂ, ਉਹ ਤੜਫਦਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਜੀਵਨ ਚੋਂ ਬਿਮਾਰੀ ਆ ਪੈਦਾ ਹੋ ਗਈ, ਕਿਹੜੀ, ਕੋਹੜ ਦੇ ਰੋਗ ਵਾਲੀ, ਤੇ ਉਹ ਪਰਮੇਸ਼ਰ ਨਾਲੋਂ ਟੁੱਟੇ ਨੇ ਹੋਏ, ਬਾਣੀ ਨਾਲੋਂ ਟੁੱਟੇ ਹੋਏ ਨੇ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ। ਜਿਸ ਤਨ ਚੋਂ ਬਾਣੀ ਬਿਸਰ ਗਈ, ਬਾਣੀ ਨਿਕਲ ਗਈ, ਉਹ ਰੋਗੀ ਹੋ ਗਿਆ। ਚਾਹੇ ਉਹ ਮਨੁੱਖ ਕਵੇ ਵੀ ਮੈਂ ਰੋਗੀ ਨਹੀਂ ਹਾਂ, ਪਰ ਬਾਣੀ ਦਾ ਫੈਸਲਾ ਉਹ ਰੋਗੀ ਆ। ਗੁਰਬਾਣੀ ਦਾ ਫੈਸਲਾ ਰੋਗੀ। ਗੁਰੂ ਨਾਨਕ ਸਾਹਿਬ ਨੇ ਵਚਨ ਹੋਰ ਵੀ ਜ਼ਿਕਰ ਕੀਤਾ। ਕੀ ਕਹਿੰਦੇ ਨੇ ਪਾਤਸ਼ਾਹ ਜੀ, ਕਹਿੰਦੇ ਇਹ ਸਾਰੇ ਦਾ ਸਾਰਾ ਸੰਸਾਰ ਰੋਗੀ ਆ ਭਾਈ। ਨਾਨਕ ਦੁਖੀਆ ਸਭ ਸੰਸਾਰ, ਇਹ ਸਾਰਾ ਸੰਸਾਰ ਦੁੱਖਾਂ ਦੇ ਵਿੱਚ ਫਸਿਆ ਪਿਆ। ਬਾਲੀ ਰੋਵੈ ਨਾਹੇ ਪਤਾਰ। ਭਾਵ ਕੀ ਆ ਉੱਥੇ, ਜੋ ਇਹ ਪੁਆਇੰਟ ਹੈ, ਇਹ ਕਾਰਨ ਕੀ ਬਣ ਗਿਆ ਵੀ ਅਸੀਂ ਪਰਮੇਸ਼ਰ ਨਾਲੋਂ ਟੁੱਟ ਕੇ, ਪ੍ਰਮਾਤਮਾ ਦੀ ਸੱਚੀ ਬਾਣੀ ਨਾਲੋਂ ਵਿਛੜ ਕੇ ਰੋਗੀ ਹੋ ਗਏ, ਦੁਖੀ ਹੋ ਗਏ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਾਰੇ ਦਾ ਸਾਰਾ ਸੰਸਾਰ ਰੋਗੀ ਹੈ ਨਾ, ਬਸ ਰੋਗ ਤੋਂ ਰਹਿਤ ਕੌਣ ਆ? ਮੇਰਾ ਸਤਿਗੁਰ। ਜਿਹੜਾ ਜੋਗੀ ਹੈ ਨਾ, ਜਿਹੜਾ ਟੁੱਟੇ ਹੋਇਆਂ ਨੂੰ ਜੋੜਦਾ, ਜੋਗੀ ਦਾ ਅਰਥ ਹੁੰਦਾ ਟੁੱਟੇ ਹੋਏ ਨੂੰ ਜੋੜਨਾ। ਮੇਰਾ ਸਤਿਗੁਰ ਆ ਨਾ ਜਿਹੜਾ, ਉਹ ਰੋਗ ਤੋਂ ਰਹਿਤ ਆ, ਬਾਕੀ ਸਭ ਰੋਗੀ ਨੇ। ਹੁਣ ਆਪਾਂ ਇੱਥੇ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਕਵਾਂਗੇ ਵੀ ਸੱਚੇ ਪਾਤਸ਼ਾਹ ਸਰੀਰਕ ਤਲ ਤੇ ਰੋਗੀ ਨੇ ਜਾਂ ਆਤਮਿਕ ਤਲ ਤੇ ਰੋਗੀ ਨੇ? ਤੇ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਨਹੀਂ, ਸਰੀਰਕ ਤਲ ਤੇ ਤਾਂ ਜੇ ਰੋਗ ਚੈੱਕ ਕਰਨਾ ਹੋਵੇ ਨਾ, ਤਾਂ ਵੱਡੇ ਵੱਡੇ ਕੈਂਪ ਲਗਵਾਉਣੇ ਪੈਣਗੇ, ਤਾਂ ਸਰੀਰ ਦੀਆਂ ਬਿਮਾਰੀਆਂ ਦਾ ਚੈੱਕਅਪ ਵੇਖਿਆ ਜਾ ਸਕਦਾ, ਕੀਤਾ ਜਾ ਸਕਦਾ ਵੀ ਕੌਣ ਰੋਗੀ ਹੈ ਕੌਣ ਨਾ। ਹੁਣ ਗੁਰੂ ਨਾਨਕ ਸਾਹਿਬ ਨੇ ਤਾਂ ਭਾਈ ਇਹ ਗੱਲ ਨਹੀਂ ਕੀਤੀ ਵੀ ਇਹਨੇ ਲੋਕਾਂ ਦਾ ਇਕੱਠ ਕੀਤਾ ਤੇ ਇੱਕ ਇੱਕ ਜਣੇ ਨੂੰ ਟੋਹ ਕੇ ਵੇਖਿਆ, ਚੈੱਕ ਕਰਕੇ ਵੇਖਿਆ ਵੀ ਕਿਹੜੀ ਕਿਹੜੀ ਤੁਹਾਨੂੰ ਬਿਮਾਰੀ ਆ। ਆਹ ਬਿਮਾਰੀ ਦੀ ਗੱਲ ਨਹੀਂ, ਉੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਰੋਗ ਰਹਿਤ ਮੇਰਾ, ਕੇਵਲ ਦੁਨੀਆ ਸਾਰੀ ਰੋਗਾਂ ਦੀ ਭਰੀ ਹੋਈ ਆ, ਰੋਗ ਤੋਂ ਰਹਿਤ ਮੇਰਾ ਸਤਿਗੁਰ ਹੈ। ਸਤਿਗੁਰ ਨਾਲ ਜੁੜੀ ਹੋਈ ਰੂਹ ਭਾਵੇਂ ਸਰੀਰ ਕਰਕੇ ਰੋਗੀ ਹੋਵੇ, ਪਰ ਆਤਮਾ ਕਰਕੇ ਉਹ ਰੋਗ ਤੋਂ ਰਹਿਤ ਹੈ। ਸਰੀਰ ਕਰਕੇ ਮੰਨ ਲਓ ਵੀ ਕਿਸੇ ਨੂੰ ਕੈਂਸਰ ਦੀ ਬਿਮਾਰੀ ਆ, ਪਰ ਉਹਦਾ ਅੰਦਰ ਆ ਜਿਹੜਾ, ਉਹ ਰੱਬ ਦੀ ਬਾਣੀ ਨਾਲ ਜੁੜਿਆ ਹੋਇਆ, ਰੱਬ ਦੇ ਬੋਲਾਂ ਨਾਲ ਜੁੜਿਆ ਹੋਇਆ। ਪਰ ਚੇਤਾ ਰੱਖਿਓ, ਉਹ ਬਾਹਰੀ ਤੌਰ ਤੇ ਕੈਂਸਰ ਦੀ ਬਿਮਾਰੀ ਦਾ ਮਰੀਜ਼ ਵੀ ਗੁਰੂ ਨਾਨਕ ਸਾਹਿਬ ਦੀ ਨਿਗਾਹ 'ਚ ਸੁਖੀ ਆ, ਤੇ ਆਪਣੀ ਨਿਗਾਹ 'ਚ ਉਹ ਕੈਂਸਰ ਦੀ ਬਿਮਾਰੀ ਦੇ ਵਿੱਚ ਫਸਿਆ ਹੋਇਆ। ਸਾਡੀ ਨਿਗਾਹ ਕਹਿੰਦੀ ਹੈ ਵੀ ਕੈਂਸਰ ਦਾ ਰੋਗੀ ਹੈ ਇਹ। ਬਾਬੇ ਨਾਨਕ ਦੀ ਨਿਗਾਹ ਕੀ ਕਹਿੰਦੀ ਹੈ? ਉਹ ਕਹਿੰਦਾ ਤੰਦਰੁਸਤ ਹੈ। ਤਾਂ ਸਾਡੀ ਨਿਗਾਹ ਕਹਿੰਦੀ ਆ ਵੀ ਵਿਅਕਤੀ ਤੰਦਰੁਸਤ ਆ, ਪਰ ਰੱਬ ਨਾਲੋਂ ਟੁੱਟਿਆ ਹੋਇਆ ਸੀ, ਉਹਨੂੰ ਕਹਿੰਦੇ ਤੰਦਰੁਸਤ। ਪਰ ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਹੜਾ ਰੱਬ ਨਾਲੋਂ ਟੁੱਟ ਗਿਆ ਤੇ ਉਹ ਰੋਗੀ ਆ ਭਾਈ। ਹੁਣ ਆਪਾਂ ਸਮਝ ਗਏ, ਵਾਹਿਗੁਰੂ ਨਾਲੋਂ ਟੁੱਟਣਾ, ਰੋਗਾਂ ਦੇ ਵਿੱਚ ਫਸ ਜਾਣਾ। ਹੁਣ ਇੱਥੇ ਭਗਤ ਜੀ ਨੇ ਜਿਹੜੀ ਗੱਲ ਕਹੀ ਆ, ਉਹ ਕਹਿੰਦੇ ਮੈਂ ਆਪਣੀ ਅੱਖ ਦੇ ਨਾਲ ਆਹ ਕੁਛ ਵੇਖਿਆ, ਇਸ ਧਰਤੀ ਤੇ ਇਸ ਦੁਨੀਆ 'ਚ ਕੋਈ ਵੀ ਰੋਗ ਤੋਂ ਰਹਿਤ ਨਹੀਂ ਹੈ, ਪਰਮੇਸ਼ਰ ਨਾਲੋਂ ਟੁੱਟ ਕੇ। ਤੇ ਆਤਮਿਕ ਮੌਤ ਵੀ ਉਹਨਾਂ ਨੂੰ ਆ ਗਈ, ਆਤਮਿਕ ਮੌਤ ਦੇ ਧਾਰਨੀ ਬਣ ਗਏ ਉਹ। ਫਿਰ ਜ਼ਿਕਰ ਕੀ ਕੀਤਾ? ਕਹਿੰਦੇ ਜਿਹੜੇ ਭਾਈ ਆਹ ਰੋਗਾਂ ਦੇ ਵਿੱਚ ਫਸ ਚੁੱਕੇ ਆ ਨਾ, ਉਹ ਕਦੇ ਵੀ ਪਰਮੇਸ਼ਰ ਵਾਲੇ ਪਾਸੇ ਨਹੀਂ ਤੁਰ ਸਕਣਗੇ। ਅਤੀ ਵੱਡੇ ਕਰਮ, ਜਿਹਨੂੰ ਆਪਾਂ ਚੰਗੀ ਕਿਸਮਤ, ਚੰਗੇ ਭਾਗ, ਚੰਗੇ ਮੁਕੱਦਰ ਵੀ ਕਹਿ ਦਿੰਦੇ ਆ, ਉਹੀ ਹੀ ਜੁੜਦੇ ਨੇ। ਇੱਥੇ ਥੋੜਾ ਜਿਹਾ ਵਿਸ਼ਾ ਲੈ ਲਓ, ਚੰਗੀ ਕਿਸਮਤ, ਮੁਕੱਦਰ ਜਾਂ ਭਾਗਾਂ ਤੇ। ਭਾਵ ਚੰਗੇ ਭਾਗ ਕਿਵੇਂ ਬਣਦੇ ਨੇ? ਸਤ ਸੰਗਤ ਵਿੱਚ ਆ ਕੇ। ਚੰਗੇ ਭਾਗ ਕਦੋਂ ਬਣਦੇ ਨੇ? ਗੁਰੂ ਕੋਲੇ ਆ ਕੇ।
ਚੰਗੀ ਕਿਸਮਤ ਗੁਰੂ ਨਾਲ ਜੁੜ ਕੇ ਹਿੰਮਤ ਕਰਕੇ ਬਣਦੀ ਹੈ। ਤੇ ਗੁਰੂ ਪਾਤਸ਼ਾਹ ਜੀ ਦੇ ਆਪਾਂ ਦਰਬਾਰ ਵਿੱਚ ਗੋਦ ਵਿੱਚ ਬੈਠ ਕੇ ਇਹ ਗੱਲ ਕਹੀ ਆ ਵੀ ਚੰਗੇ ਭਾਗਾਂ ਵਾਲਾ ਹੀ ਗੁਰੂ ਨਾਲ ਜੁੜਦਾ। ਚੰਗੇ ਭਾਗਾਂ ਵਾਲਾ ਭਾਵ ਜਿਨ੍ਹਾਂ ਨੇ ਚੰਗੇ ਭਾਗ ਬਣਾਏ। ਚੰਗੇ ਭਾਗ ਬਣਦੇ ਨਹੀਂ, ਬਣਾਉਣੇ ਪੈਂਦੇ ਨੇ। ਜਦੋਂ ਚੰਗੇ ਭਾਗ ਬਣ ਗਏ, ਕਰਮ ਚੰਗੇ ਬਣ ਗਏ, ਰੋਜ਼ ਦੀ ਕਿਰਿਆ ਚੰਗੀ ਬਣ ਗਈ, ਅਸੀਂ ਰੱਬ ਦੀ ਨਿਗਾਹ 'ਚ ਕਬੂਲ ਹੋ ਜਾਵਾਂਗੇ। ਫਿਰ ਸਾਡੇ ਅੰਦਰ ਨਾ ਪਰਮਾਤਮਾ ਨਾਲੋਂ ਜਦੋਂ ਵੀ ਵਿਛੜਾਂਗੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇੱਕ ਘੜੀ ਦਾ ਵਿਛੋੜਾ ਵੀ ਬਹੁਤ ਵੱਡਾ ਵਿਛੋੜਾ ਬਣ ਜਾਂਦਾ। ਇੱਕ ਘੜੀ ਦਾ, ਇੱਕ ਘੜੀ ਨਾ ਮਿਲਿਆ ਉਹ ਮਾਲਕ ਪਰਮੇਸ਼ਰ ਦੀ ਬਾਣੀ ਰਾਹੀਂ ਪ੍ਰਮਾਤਮਾ ਨੂੰ, ਤਾਂ ਸਾਡੇ ਅੰਦਰ ਕਲਯੁਗ ਜਨਮ ਲੈ ਲੈਂਦਾ। ਕਿਸੇ ਨੇ ਬੜਾ ਵਧੀਆ ਸੁਨੇਹਾ ਦਿੱਤਾ, ਕਹਿੰਦੇ ਮਨ ਰੂਪੀ ਗਧੇ ਨੂੰ ਨਾ, ਕੱਲ ਆਪਾਂ ਗੱਲ ਕੀਤੀ ਸੀ ਮਨ ਰੂਪੀ ਪਟਵਾਰੀ ਭਗਤ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ ਸੀ। ਅੱਜ ਕੀ ਕਿਹਾ, ਮਨ ਰੂਪੀ ਗਧੇ ਨੂੰ ਗੁਣਾ ਰੂਪੀ ਵਜਨ ਨਾਲ ਇੰਨਾ ਲੱਦ ਦੋ, ਇੰਨਾ ਲੱਦ ਦੋ, ਵਜਨ ਦੇ ਦੋ ਉਹਦੇ ਤੇ, ਉਹ ਕਿਸੇ ਪਾਸੇ ਜਾ ਨਾ ਸਕੇ, ਕਿਸੇ ਪਾਸੇ ਵੀ ਉਹ ਜਾ ਨਾ ਸਕੇ। ਹੁਣ ਚੇਤਾ ਰੱਖਿਓ, ਗਧੇ ਦਾ ਸੁਭਾਅ ਕੀ ਹੁੰਦਾ, ਉਹ ਭਾਵ ਜਦੋਂ ਵਿਹਲਾ ਨਾ ਉਦੋਂ ਛੜਾ ਮਾਰਦਾ, ਜਦੋਂ ਵਿਹਲਾ ਦਲੱਤੇ ਮਾਰਦਾ। ਜਦੋਂ ਉਹ ਕੰਮ 'ਚ ਆ ਨਾ, ਵਜਣ ਥੱਲੇ ਆ, ਉਦੋਂ ਬਿਲਕੁਲ ਸ਼ਾਂਤ ਰਹਿੰਦਾ, ਟਿਕਿਆ ਰਹਿੰਦਾ, ਉਹ ਬੋਲਦਾ ਨਹੀਂ ਤੇ ਵਿਹਲੇ ਹੀ ਹੀਂਗਦਾ। ਇਵੇਂ ਜਿਵੇਂ ਮਨ ਆ, ਜਦੋਂ ਮਨ ਸਾਡਾ ਵਿਹਲਾ ਨਾ ਤਾਂ ਇਹ ਗਲਤ ਫੁਰਨਿਆਂ ਦੇ ਵਿੱਚ ਹੀਂਗੂਗਾ ਤੇ ਇਹ ਦਲੱਤੇ ਵੀ ਮਾਰੂਗਾ। ਤੇ ਹੁਣ ਭਗਤ ਜੀ ਇੱਥੇ ਕਹਿੰਦੇ ਨੇ ਜਦੋਂ ਮਨ ਰੂਪੀ ਗਧੇ ਨੂੰ ਅਸੀਂ ਲੱਦਤਾ ਚੰਗੇ ਗੁਣਾਂ ਦੇ ਨਾਲ, ਫਿਰ ਸਾਡੀ ਇੱਕ ਮਨ ਦੀ ਆਦਤ ਬਣ ਜਾਣੀ ਆ, ਮਨ ਦਾ ਸੁਭਾਅ ਬਣ ਜਾਣਾ, ਇਹ ਗੁਰੂ ਦੀ ਬਾਣੀ ਤੋਂ ਬਿਨਾਂ ਰਹਿ ਨਹੀਂ ਸਕੂਗਾ। ਜਿਵੇਂ ਗਧਾ ਵਜਨ ਢੋਏ ਤੋਂ ਬਿਨਾਂ ਰਹਿ ਨਹੀਂ ਸਕਦਾ, ਵਿਹਲਾ ਉਹ ਟੱਪਦਾ ਗਾ, ਦਲੱਤੇ ਮਾਰਦਾ ਗਾ। ਇਵੇਂ ਜਿਵੇਂ ਅਸੀਂ ਆਪਣੇ ਮਨ ਨੂੰ ਗੁਰੂ ਰੂਪੀ ਗੁਣਾਂ ਦੇ ਨਾਲ ਜੋੜ ਕੇ ਇਹਨੂੰ ਲੱਦ ਕੇ ਰੱਖਣਾ ਗਾ। ਹੁਣ ਭਗਤ ਜੀ ਨੇ ਜੋ ਜ਼ਿਕਰ ਕੀਤਾ ਨੇ, ਸੋ ਕਤ ਜਾਣੈ। ਅੱਛਾ, ਜਿਨ੍ਹਾਂ ਦੇ ਅੰਦਰ ਫਿਰ ਪਰਮਾਤਮਾ ਨਾਲੋਂ ਵਿਛੜਨ ਦਾ ਅਹਿਸਾਸ ਨਹੀਂ ਹੋਇਆ, ਸੋ ਕਤ ਜਾਣੈ, ਉਹ ਕਿਵੇਂ ਜਾਣ ਸਕਦੇ ਹਨ? ਪੀਰ ਪਰਾਈ, ਫਿਰ ਉਹ ਕਦੇ ਦੂਜਿਆਂ ਦੀ ਪੀੜ ਜਾਣ ਨਹੀਂ ਸਕਦੇ, ਦੂਜਿਆਂ ਦੀ ਪੀੜ ਸਮਝ ਨਹੀਂ ਸਕਦੇਗੇ। ਪੀੜ ਤੋਂ ਭਾਵ ਦਰਦ। ਹੁਣ ਜਿਨ੍ਹਾਂ ਨੇ ਅਹਿਸਾਸ ਕੀਤਾ ਸੀ ਵੀ ਹਾਂ ਅਸੀਂ ਪਰਮੇਸ਼ਰ ਨਾਲ ਜੁੜੇ ਹੋਏ ਸੀ, ਪਰ ਹੁਣ ਟੁੱਟ ਗਏ। ਮਾਤਾ ਦੇ ਉਦਰ ਦੇ ਵਿੱਚ ਉਹ ਪਰਮਾਤਮਾ ਮਾਲਕ ਦੇ ਨਾਲ ਜੁੜੇ ਹੋਏ ਸਾਂ, ਪਰ ਹੁਣ ਟੁੱਟੇ ਹੋਇਆ। ਤੇ ਟੁੱਟੇ ਹੋਇਆ ਨੂੰ ਕਿੰਨੀ ਖੁਆਰੀ ਆਉਂਦੀ ਆ, ਇਹ ਦਰਦ ਮਹਿਸੂਸ ਆਪਣੇ ਅੰਦਰ ਕੀਤਾ ਤੇ ਇਹੀ ਹਾਲਾਤ ਦੁਨੀਆ ਦੇ ਦੇਖ ਕੇ ਫਿਰ ਉਹ ਦੁਨੀਆ ਦੇ ਵਿੱਚ ਕਹਿ ਉੱਠੇ, ਦੁਨੀਆ ਦੇ ਵਿੱਚ ਬੋਲਣ ਲੱਗੇ, ਵਾਹਿਗੁਰੂ ਨਾਲ ਜੁੜੋ, ਪਰਮੇਸ਼ਰ ਨਾਲ ਜੁੜੋ, ਪਰਮਾਤਮਾ ਨਾਲ ਜੁੜੋ। ਉਹਦੇ ਨਾਲੋਂ ਟੁੱਟ ਕੇ ਭਾਈ ਦੁਖੀ ਹੋਵੋਗੇ। ਸੱਚਾ ਦੁਖੀ ਹੁੰਦਾ ਬੰਦਾ। ਹੁਣ ਭਗਤ ਸਾਹਿਬਾਨਾਂ ਨੇ ਗੱਲ ਕੰਮ ਕੀਤਾ, ਇਹ ਉਹਨਾਂ ਨੇ ਆਪ ਪਹਿਲਾਂ ਮਹਿਸੂਸ ਕੀਤਾ ਪਰਮਾਤਮਾ ਨਾਲ ਜੁੜਨਾ ਸਭ ਤੋਂ ਮੇਨ ਕੰਮ ਹੈ, ਜ਼ਰੂਰੀ ਹੈ। ਆਪ ਪਹਿਲਾਂ ਜੁੜੇ, ਫਿਰ ਹੋਰਾਂ ਨੂੰ ਜੁੜਨ ਦੀ ਪ੍ਰੇਰਨਾ ਦਿੱਤੀ। ਉਹ ਪ੍ਰੇਰਨਾ ਦੇਣ ਦਾ ਢੰਗ ਚਾਹੇ ਕੋਈ ਵੀ ਆ, ਢੰਗ ਵੱਖੋ ਵੱਖਰਾ ਹੋ ਸਕਦਾ, ਏਰੀਏ ਮੁਤਾਬਕ, ਸਮਾਜ ਦੇ ਮੁਤਾਬਕ ਵੱਖੋ ਵੱਖਰਾ ਤਰੀਕਾ ਹੋ ਸਕਦਾ, ਪਰ ਉਹਦੇ ਪਰਮੇਸ਼ਰ ਨਾਲੋਂ ਜੁੜੇ ਤੋਂ ਬਿਨਾਂ ਸਾਡੀ ਪੀੜ ਆ, ਜਿਹੜੀ ਦਰਦ ਆ, ਉਹ ਦੂਰ ਨਹੀਂ ਹੋ ਸਕਦਾ। ਕਦੇ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਨਾ, ਦੁੱਖ ਵਿਛੋੜਾ ਬਹੁਤ ਵੱਡਾ। ਗੁਰੂ ਨਾਨਕ ਸਾਹਿਬ ਕਹਿੰਦੇ ਦੁੱਖ ਆ ਭਾਈ ਵਿਛੜਨ ਦਾ। ਕਿਹਦੇ ਨਾਲੋਂ? ਪਰਮਾਤਮਾ ਨਾਲੋਂ। ਇਹਦੇ ਨਾਲ ਹੁਣ ਉਦਾਹਰਨ ਆਪਾਂ ਆਪਣੇ ਪਰਿਵਾਰ ਵਿੱਚੋਂ ਲੈ ਲਓ। ਮਾਂ ਨਾਲੋਂ ਪੁੱਤ ਵਿਛੜੇ, ਪੁੱਤ ਨਾਲੋਂ ਮਾਂ ਵਿਛੜੇ, ਪਤਨੀ ਨਾਲੋਂ ਪਤੀ ਵਿਛੜੇ ਤੇ ਪਤੀ ਨਾਲੋਂ ਪਤਨੀ ਵਿਛੜੇ।
उस टाइम दी जे उत्थे हकीकत विच सच्चा प्यार है ना, तां उत्थे दोने तरह दा हाल वेखो की हुंदा, किदां दे हालात ने उस टाइम ते उस वक्त ते। इवें जिवें साडा गुरु नाल सच्चा प्यार आ ना, कल भी आपां गल कीती सी, नेम नहीं, नेम तो उपर प्रेम भी है। जे प्रेम की अवस्था विच पहुंच गए ना, फिर असीं आप मुहारे कवांगे परमात्मा नालों विछड़न दा बहुत बड़ा दुख आ भाई, इदों बड़ा दुख दुनिया च कोई नहीं। आपां भी कह दिंदे आ कैंसर की बीमारी बड़ी खतरनाक बीमारी है भाई, इदों वड्डी कोई बीमारी नहीं। एड्स की बीमारी बड़ी खतरनाक बीमारी है, इदों वड्डी कोई बीमारी नहीं। अज दे हालातां मुताबक कह देवांगे कोरोना की बीमारी बड़ी खतरनाक आ, पर बाबा नानक कहंदे दुनियावी बीमारियां दा इलाज तां दुनिया च है, पर जिहड़ी आ विछोड़े की बीमारी है ना, रब नालों विछड़ना, ये बहुत भैनक बीमारी है, खतरनाक बीमारी। जियो तपत है बारो बार, तप तप खपै बहुत बेकार, जैतन बाणी विछड़ जाए, त्यों पक्का रोगी बिल लाए। बाणी नालों विछड़ के, बाणी नालों विछड़ना, परमात्मा नालों विछड़ना, बाणी नालों विछड़ के बंदा कोहड़ दे रोगी वांग अपनी जिंदगी जिउंदा, मन्ने भावें कोई ना मन्ने। ते हुण ये आंकड़े आपां अपने घरां च, अपने पिंडां च, एरिए च आसे पासे निगाह मार के वेख लो, जिहड़े परमात्मा नालों टुट्टियां होईयां रूहां ने, हन तां ओह साडे भैण भराई जो वाहिगुरू नालों विछड़ गए ना, कारण कोई हो सकदा विछड़न दा, उन्हां दे हालात बहुत मंदे ने। केवल बाहरी थाल च धरी रोटी ना वेखो भी 36 प्रकार दी रोटी आ, पर ओह रोटी हजम करन दा उन्हां कोल कुछ ना कुछ संतुष्टि है या नहीं है, हजम करन दा उन्हां कोले कोई समा वक्त है या नहीं है, हजम करन दा उन्हां कोले कोई तरीका है या नहीं है। ये ना वेखो वारी तौर ते गड्डियां, बड़े बड़े सोहणे सोहणे महल कोठियां, ये ना वेख, ये वेख उन्हां गड्डियां दे विच, उन्हां कोठियां दे विच उहनूं शांति है या नहीं है, उन्हां महलां दे विच टका है या नहीं है। आ वेख तेनी तां आपां नूं पता ना, बड़े बड़े वड्डे महिलां दे मालक दुनिया दे विच रोंदे ने, करलाउंदे ने, बड़े बड़े राजन अर भूमन, ताकि तृष्ण ना बुझी, लपट रहे माया रंग माते, लोचन कछु ना सूझी, बिख्या मैं किन ही तृपत ना पाई, ज्यों पावक इन धन नहीं त्रापै, बिन हर कहाँ अगाई। हुण गुरुदेव पातशाह लिखिया ना, कहंदे उन्हां दा जीवन तां अग वर्गा। देखो कदे कहा कोड़ी वर्गे ने, हो जिन्हां दे शरीरक तन ते कोड़ फैल जांदा ना, वो कोड़ियां वर्गे ने। कदे कहागा उन्हां दा जीवन तां अग वर्गा। अग तो भाव की है, अग सब कुछ भस्म कर जाती है। ये वो लोग ने वाहिगुरू नालों टुट के सब कुछ ही भस्म करी जाते, रिश्वतां धोखे बेईमानियां जो मर्जी आपां ला लईए। पर पातशाह जी कहंदे खमियाजा उहदा की आ, वो कमरिਆਂ 'ਚ वड़ के भुगतदे ने। अपनी पत्नी नूं भी अपनी रोंदी हुई शकल नहीं दिखाउंदे, अपने बच्चों नूं भी अपना रोंदा होया चेहरा नहीं दिखाउंदे। ते जिहड़ा गुरमुख प्यारा गा, वो अपने पूरे परिवार दे विच हर एक गल सांझी करदा, हर एक गल शेयर करदा, हर गल दा आपस विच बैठ के मसला सुलझाउंदे ने गुरमुख प्यारे। इसे करके भगत जी ने कहा, कहंदे जिन्हां दे अंदर फिर परमात्मा नालों विछड़न दा दर्द ही नहीं पैदा होया, वो दूजिआं नूं कदे इस दर्द दा एहसास नहीं करवा सकणगे, दूजिआं नूं नहीं कदे कह सकणगे भी परमात्मा नालों विछड़न दा दर्द की है। ते आपां इस गल दा एहसास करना, गुरु किरपा करे साडी भी आ अवस्था बन जावे, सानू परमेश्वर नालों टुटण दा अंदरों दर्द पैदा हो जाए, अंदरों थोड़ा बहुता ना महसूस करिए आपां भी हाँ असीं सच परमात्मा नालों टुटे हुए हैं भाई। हुण अगे गल साडी पहुंच गई, पहलां वेखना सी टुटे होण दा एहसास करिए आपां, थोड़ा जिहा आपां देखांगे भी असीं किवें टुटे होए आ। ते अगली गल, जे सानू पता लग गया भी असीं टुटे होए आ परमात्मा नालों, परमेश्वर नालों टुटे होए ना, बाणी नालों टुटना, रब नालों टुटना। जियो तपत है बारो बार, उदाहरणां आपां सारियां पहलां लै लईआं, फिर अगे दूजिआं नूं आपां दस सकदे आ।
ਪਹਿਲਾਂ ਆਪਾਂ ਖੁਦ ਅਹਿਸਾਸ ਕਰਨਾ ਵੀ ਅਸੀਂ ਟੁੱਟੇ ਕਿਵੇਂ ਆ। ਥੋੜਾ ਜਿਹਾ ਜ਼ਿਕਰ ਕਰ ਲਓ। ਵੈਸੇ ਤੁਸੀਂ ਬਹੁਤ ਸਿਆਣੇ ਹੋ, ਮੈਂ ਵੀ, ਤੁਸੀਂ ਵੀ, ਸਾਰੀ ਆਪਾਂ ਰੋਜ਼ ਰਲ ਮਿਲ ਕੇ ਸਤ ਸੰਗਤ ਗੁਰਮਤਿ ਦੀ ਕਲਾਸ ਵਿੱਚ ਜੁੜਦੇ ਹਾਂ। ਤੁਸੀਂ ਵੀ ਜੁੜਦੇ ਹੋ, ਮੈਂ ਵੀ ਜੁੜਦਾ। ਆਪਣਾ ਉਸਤਾਦ, ਸਾਡਾ ਗੁਰੂ, ਸਾਡਾ ਟੀਚਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆ। ਟੁੱਟੇ ਹੋਇਆਂ ਦੀ ਨਿਸ਼ਾਨੀ, ਵਿਛੜੇ ਹੋਇਆਂ ਦੀ ਨਿਸ਼ਾਨੀ। ਪਹਿਲਾਂ ਬਾਹਰੋਂ ਆਪਾਂ ਥੋੜਾ ਜਿਹਾ ਨਕਸ਼ਾ ਬਣਾ ਲਓ। ਪੱਤਾ ਜਾਂ ਫੁੱਲ ਟਹਿਣੀ ਨਾਲੋਂ, ਆਪਣੇ ਮੂਲ ਨਾਲੋਂ ਟੁੱਟ ਗਿਆ, ਹੋਇਆ ਕੀ? ਆਪਣੀ ਆਮ ਹੀ ਰੋਜ਼ ਦੀ ਕਿਰਿਆ ਨਾ ਦੇਖਾ, ਇਹ ਉਹ ਫੁੱਲ ਮੁਰਝਾ ਜਾਂਦਾ। ਉਹਦੇ ਵਿੱਚ ਉਹ ਰੰਗਤ, ਉਹਦੇ ਵਿੱਚ ਉਹ ਸੁੰਦਰਤਾ ਨਹੀਂ ਹੈ ਕਿਹੜੀ, ਜਿਹੜੀ ਆਪਣੇ ਮੂਲ ਨਾਲ ਜੁੜੇ ਹੋਣ ਕਰਕੇ ਸੀ। ਉਹ ਟੁੱਟ ਗਿਆ, ਮੁਰਝਾ ਗਿਆ। ਹੁਣ ਬਾਣੀ ਨਾਲੋਂ ਟੁੱਟ ਜਾਣਾ, ਪਰਮੇਸ਼ਰ ਨਾਲੋਂ ਟੁੱਟ ਜਾਣਾ, ਸੱਚਾਈ ਆ, ਬੰਦਾ ਮੁਰਝਾ ਜਾਂਦਾ। ਸਾਡੀ ਸੁੰਦਰਤਾ ਵਧਾਉਣ ਦੇ ਲਈ ਭਾਵੇਂ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਤਰੀਕੇ ਨੇ, ਸਾਨੂੰ ਖੁਸ਼ ਕਰਨ ਦੇ ਲਈ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਤਰੀਕੇ ਨੇ, ਪਰ ਆਪਣਾ ਇੱਕ ਪੱਖ ਆ ਨਾ, ਆਪਾਂ ਆਮ ਹੀ ਕਹਿ ਦਿੰਦੇ ਆ ਵੀ ਫਲਾਨਾ ਬੰਦਾ ਤਾਂ ਯਾਰ ਹਰ ਵਕਤ ਨਾ ਹਸਮੁਖ ਚਿਹਰੇ ਦੇ ਵਿੱਚ ਜ਼ਿੰਦਗੀ ਜਿਉਂਦਾ ਗਾ। ਉਹ ਕੀ ਆ? ਜੁੜਿਆ ਹੋਇਆ, ਉਹ ਆਪਣੇ ਮੂਲ ਨਾਲ ਜੁੜਿਆ ਹੋਇਆ ਗਾ। ਹੁਣ ਟੁੱਟਣ ਦਾ ਕਾਰਨ, ਪਹਿਲਾਂ ਤਾਂ ਆਪਾਂ ਟੁੱਟੇ ਹੋਏ ਦੇਖ ਲਿਆ ਵੀ ਟੁੱਟੇ ਹੋਏ ਮੁਰਝਾ ਜਾਂਦੇ ਨੇ। ਸੱਚ ਆ, ਜੋ ਮੂਲ ਨਾਲੋਂ, ਰੱਬ ਨਾਲੋਂ, ਬਾਣੀ ਨਾਲੋਂ ਟੁੱਟੇ ਹੋਏ ਨੇ, ਭਾਵੇਂ ਉਹ ਕਿੰਨੀ ਅਮੀਰ ਹੋਣ, ਕਿੰਨੀ ਉਹ ਸ਼ਾਹੂਕਾਰ ਹੋਣ, ਜਿੰਨੇ ਮਰਜ਼ੀ ਪੜ੍ਹੇ ਲਿਖੇ ਵਿਦਵਾਨ ਹੋਣ, ਜਿੰਨੀ ਮਰਜ਼ੀ ਉਹਨਾਂ ਦੇ ਵਿੱਚ ਦੁਨੀਆ ਦੇ ਤਲ ਤੇ ਕੁਆਲਿਟੀ ਹੋਵੇ, ਪਰ ਅੰਦਰੋਂ ਉਹ ਬੁਝੇ ਹੁੰਦੇ ਨੇ। ਇੱਕ ਰੱਬ ਦਾ ਪਿਆਰਾ ਭਗਤ ਰਵਿਦਾਸ ਵਰਗੇ, ਭਗਤ ਕਬੀਰ ਵਰਗੇ ਬੰਨ ਸੰਗਲਾਂ ਨਾਲ ਹਾਥੀਆਂ ਥੱਲੇ ਵੀ ਸੁੱਟਦੇ ਸੀ, ਹਾਥੀ ਵੀ ਉੱਤੇ ਚੜਾਏ ਆ ਨਾ। ਅੱਛਾ, ਫਿਰ ਵੀ ਉਹਨਾਂ ਦੇ ਚਿਹਰੇ, ਉਹਨਾਂ ਦੀ ਅੰਦਰੂਨੀ ਦਿੱਖ ਚੜ੍ਹਦੀ ਕਲਾ ਵਿੱਚ ਸੀ। ਮੀਰ ਮੰਨੂ ਦੀ ਕੈਦ ਵਿੱਚ ਮਾਵਾਂ ਚੜ੍ਹਦੀ ਕਲਾ ਚ ਨੇ, ਸਾਡਾ ਇਤਿਹਾਸ ਦੱਸਦਾ ਗਾ। ਭਾਈ ਮਨੀ ਸਿੰਘ ਵਰਗਿਆਂ ਦੇ ਭਾਵੇਂ ਬੰਦ ਕੱਟੇ ਜਾ ਰਹੇ ਨੇ, ਪਰ ਅੰਦਰ ਦੀ ਖੁਸ਼ੀ ਉਹ ਖਤਮ ਨਹੀਂ ਹੋਈ, ਭੰਗ ਨਹੀਂ ਹੋਈ। ਅੰਦਰ ਦੀ ਰੌ, ਅੰਦਰ ਦਾ ਜਲਾਓ, ਅੰਦਰ ਦਾ ਸੁੰਦਰਤਾ ਦਾ ਪੱਖ ਉਹ ਖਤਮ ਨਹੀਂ ਹੋਇਆ ਕਦੇ। ਹੁਣ ਚਲੋ ਟੁੱਟਣ ਦਾ ਕਾਰਨ ਸਾਡੇ ਘਰ ਦੇ ਗਲਤ ਤਰੀਕੇ। ਸਾਡਾ ਘਰ ਕਿਹੜਾ? ਇੱਕ ਪਰਿਵਾਰਕ ਘਰ ਆ। ਉਹਦੇ ਨਾਲੋਂ ਪਹਿਲਾਂ ਆਪਾਂ ਆਪਣੇ ਘਰ ਵਿੱਚ ਆ ਜਾਈਏ। ਆਪਣਾ ਸਭ ਤੋਂ ਪਹਿਲਾਂ ਤਾਂ ਸਰੀਰ ਰੂਪੀ ਘਰ ਆ। ਟੁੱਟਣ ਦਾ ਕਾਰਨ ਆਪਣੇ ਸਰੀਰ ਰੂਪੀ ਘਰ ਨੂੰ ਅਸੀਂ ਗਲਤ ਤਰੀਕੇ ਨਾਲ ਵਰਤਿਆ, ਟੁੱਟ ਗਏ। ਦੋ ਸਰੀਰ ਨੇ, ਦਿਨਾਂ ਦੀ ਬੜੀ ਆਪਸ ਵਿੱਚ ਨੇੜਤਾ, ਮਿੱਤਰਤਾ, ਦੋਸਤ ਨੇ। ਅੱਜ ਆਉਣ ਵਾਲੇ ਕੱਲ ਉਹ ਟੁੱਟ ਗਏ, ਦੋਨੇ ਇੱਕ ਦੂਜੇ ਨਾਲੋਂ ਪਾਸਾ ਵੱਟ ਗਏ। ਨੇੜੇ ਹੋਣ ਦਾ ਕਾਰਨ ਕੀ ਸੀ? ਵਿਚਾਰਧਾਰਾ ਮਿਲ ਗਈ। ਟੁੱਟਣ ਦਾ ਕਾਰਨ ਕੀ ਬਣਿਆ? ਮਤਭੇਦ ਪੈ ਗਏ, ਵਿਚਾਰਧਾਰਾ ਮਿਲੀ ਨਹੀਂ। ਇਹੀ ਕਾਰਨ ਬਣ ਗਿਆ ਟੁੱਟਣ ਦਾ ਕਾਰਨ। ਜਿਨ੍ਹਾਂ ਦੇ ਮਤਭੇਦ ਬਣ ਜਾਂਦੇ ਨੇ, ਵਿਚਾਰਧਾਰਾ ਨਹੀਂ ਮਿਲਦੀਗੀ, ਉਹ ਟੁੱਟ ਜਾਂਦੇ ਨੇ। ਜਾਂ ਉਹ ਵਿਚਾਰਧਾਰਾ ਨਾ ਮਿਲਣ ਦਾ ਕਾਰਨ ਇੱਕ ਲਾਲਚੀ ਆ, ਦੂਜੇ ਨੂੰ ਵਰਤਦਾ ਜ਼ਿੰਦਗੀ 'ਚ। ਅੱਜ ਦੁਨੀਆ ਵਿੱਚ ਮਿੱਤਰਤਾ ਇਹ ਲਾਲਚ ਦੇ ਸਹਾਰੇ ਤੇ ਖੜੀ ਆ। ਦੋ ਸਰੀਰਾਂ ਦਾ ਪਿਆਰ ਲਾਲਚ ਦੇ ਆਧਾਰ ਤੇ ਆ। ਪੈਸਾ ਦਿਓ ਪਿਆਰਿਓ, ਨਾ ਦਿਓ ਦੁਸ਼ਮਣੋ। ਕਿਸੇ ਦਾ ਕੋਈ ਨਾ ਕੋਈ ਹੱਲ ਕਰਦੇ ਰਹੋ ਤਾਂ ਵਾਹ ਕੀ, ਹੱਲ ਕਰਨੋਂ ਹਟ ਜਾਓ ਨਾਰਾਜ਼ਗੀ ਆ। ਪਰ ਅਸਲ ਦੇ ਵਿੱਚ ਇੱਥੇ ਗੱਲ ਕਿਹਦੀ ਹੈ? ਗੁਰੂ ਦੀ ਤੇ ਗੁਰੂ ਦੇ ਸਿੱਖ ਦੀ, ਭਾਵ ਪਰਮਾਤਮਾ ਦੀ ਤੇ ਪਰਮਾਤਮਾ ਦੇ ਪਿਆਰੇ ਦੀ, ਰੱਬੀ ਪਿਆਰੇ ਦੀ। ਸਾਡੀ ਜਿਹੜੀ ਵਿਚਾਰਧਾਰਾ ਗੀ, ਉਸ ਵਿਚਾਰਧਾਰਾ ਨੂੰ ਅਸੀਂ ਗੁਰੂ ਅਨੁਸਾਰ ਨਹੀਂ ਕੀਤਾ। ਬਸ ਇੱਕੋ ਹੀ ਪੁਆਇੰਟ ਬੋਲੂ, ਬਾਕੀ ਅੱਗੇ ਤੁਸੀਂ ਉਦਾਹਰਨਾਂ ਜਿੰਨੀਆਂ ਮਰਜ਼ੀ ਬਣਾ ਲਓ। ਕੋਈ ਸ਼ਬਦ ਪੂਰਾ ਜੇ ਵਿਚਾਰਨ ਵਾਲਾ ਪਿਆ,
ਭਾਵ ਟੁੱਟਣ ਦਾ ਕਾਰਨ ਵੀ ਸਾਡੇ ਜਿਹੜੇ ਅੰਦਰ ਦੇ ਖਿਆਲ ਸੀ, ਸਾਡੀ ਜਿਹੜੀ ਵਿਚਾਰ ਸੀ, ਸਾਡੇ ਜਿਹੜੇ ਅੰਦਰ ਦੇ ਥਾਟ ਸੀ, ਅੰਦਰ ਦੇ ਸੋਚ ਸੀ ਨਾ, ਉਹ ਗੁਰੂ ਅਨੁਸਾਰ ਨਹੀਂ ਸੀ, ਬਾਣੀ ਦੇ ਅਨੁਸਾਰ ਨਹੀਂ ਹੋਏਗੇ। ਉਹ ਜੋ ਗੁਰ ਕਹੈ ਸੋਈ ਭਲ ਮਾਨੋ ਨਾ, ਜੋ ਗੁਰੂ ਨੇ ਕਿਹਾ ਉਹਨੂੰ ਅਸੀਂ ਮੰਨਣ ਦਾ ਯਤਨ ਨਹੀਂ ਕੀਤਾ। ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਉੱਠ ਖੜੀ, ਮੋਟੀਆਂ ਮੋਟੀਆਂ ਗੱਲਾਂ ਆਈਆਂ, ਅਸੀਂ ਉੱਠੇ ਨਹੀਂ। ਗੁਰੂ ਨੇ ਕਿਹਾ ਹਰ ਵੇਲੇ ਪੁੱਤ ਮੈਨੂੰ ਯਾਦ ਰੱਖੀ, ਅਸੀਂ ਕੀਤਾ ਨਹੀਂ। ਗੁਰੂ ਨੇ ਕਿਹਾ ਭੋਜਨ ਛਕਣ ਵੇਲੇ ਰੱਬ ਦਾ ਸ਼ੁਕਰ ਕਰਦੀ, ਕੀਤਾ ਨਹੀਂ। ਗੁਰੂ ਨੇ ਕਿਹਾ ਸੌਣ ਵੇਲੇ ਚੰਗੇ ਬਿਸਤਰਿਆਂ ਤੇ ਰੱਬ ਦਾ ਸ਼ੁਕਰਾਨਾ ਕਰਦੇ, ਅਸੀਂ ਕੀਰਤਨ ਟੁੱਟ ਗਏ। ਤਰੇੜ ਪੈਂਦੀ ਪੈਂਦੀ, ਤਰੇੜ ਬਿੱਥ ਪੈਂਦੀ ਪੈਂਦੀ ਬਹੁਤ ਵੱਡੀ ਪੈ ਗਈ। ਹੁਣ ਅਸੀਂ ਕੂੜੇ ਦਾ ਢੇਰ ਬਣ ਗਏ, ਹੁਣ ਅਸੀਂ ਕੂੜੇ ਦਾ ਢੇਰ ਬਣ ਗਏ। ਤੇ ਕੂੜੇ ਦੇ ਢੇਰ ਨੂੰ ਸਾਡੇ ਕਮਰੇ 'ਚ ਜਗ੍ਹਾ ਨਹੀਂ, ਉਹਨੂੰ ਦੂਰ ਜਗ੍ਹਾ ਹੁੰਦੀ ਆ। ਕੂੜੇ ਦੀ ਢੇਰੀ ਨੂੰ, ਰੂੜੀ ਨੂੰ ਕਹਿ ਲਓ, ਉਹ ਸਾਡੇ ਮੇਨ ਕਮਰੇ ਵਿੱਚ ਨਹੀਂ, ਕਿਸੇ ਵਿੱਚ ਹੈ ਵੀ ਸਾਡੇ ਸਪੈਸ਼ਲ ਇੱਕ ਕਮਰਾ ਬਣਾਇਆ ਚੰਗਾ, ਤੇ ਉਹ ਕਮਰੇ ਵਿੱਚ ਅਸੀਂ ਕੂੜੇ ਦੀ ਢੇਰੀ ਲਾਵਾਂਗੇ ਵੀ ਇੱਥੇ ਕੂੜਾ ਰੱਖਣਾ ਪਾਣਾ। ਕੂੜੇ ਨੂੰ, ਕੂੜੇ ਦੀ ਢੇਰੀ ਨੂੰ ਦੂਰ ਥਾਂ ਮਿਲੀ ਆ, ਉਹਦੀ ਕਦਰ ਕੋਈ ਨਹੀਂ। ਗੰਦ ਮੰਦ ਜੋ ਸੀ ਉਹ ਕੂੜੇ ਦੀ ਢੇਰੀ ਉੱਤੇ ਅਸੀਂ ਸੁੱਟਦੇ ਰਹੇ। ਐਵੇਂ ਜਿਵੇਂ ਅਸੀਂ ਰੋਜ਼ ਟੁੱਟਦੇ ਰੋਜ਼ ਉਹ ਆਪਣੇ ਕੰਮ ਵੇਖ ਲੈਣੇ ਆਪਾਂ ਵੀ ਕੀ ਕੀ ਕੰਮਾਂ ਕਰਕੇ ਟੁੱਟਿਆ ਸੀ। ਰੋਜ਼ ਟੁੱਟਦੇ ਇੱਕ ਦਿਨ ਅਸੀਂ ਕੂੜੇ ਦੀ ਢੇਰੀ ਬਣ ਗਏ। ਜਿਸ ਦਿਨ ਕੂੜੇ ਦੀ ਢੇਰੀ ਬਣ ਗਏ ਨਾ, ਉਹਦੇ ਪਰਮੇਸ਼ਰ ਨੇ ਸਾਨੂੰ ਧੱਕਤਾ, ਨਹੀਂ ਪੁੱਤ ਤੂੰ ਹੁਣ ਅੰਦਰ ਆਉਣ ਜੋਗਾ ਨਹੀਂ ਹੈ, ਅੰਦਰ ਆਉਣ ਜੋਗਾ ਤੂੰ ਰਿਹਾ ਨਹੀਂ ਹੈ, ਤੂੰ ਇੰਨਾ ਗੰਦਾ ਹੋ ਗਿਆ। ਫਿਰ ਕੀ ਕਿਹਾਗਾ, ਕੇਵਸ ਸਚਿਆਰਾ ਹੋਈ ਹੈ। ਜੇ ਸਾਨੂੰ ਅਹਿਸਾਸ ਹੋਇਆ, ਮੰਨ ਲਓ ਅੱਜ ਆਪਾਂ ਭਗਤ ਜੀ ਦੀ ਗੱਲ ਸੁਣ ਕੇ ਅਹਿਸਾਸ ਕਰ ਲਈਏ, ਫਿਰ ਕੀ ਪਤਾ ਲੱਗਿਆ ਵੀ ਅਸੀਂ ਕੂੜ ਦਾ ਢੇਰ ਬਣ ਕੇ ਅਸੀਂ ਤਾਂ ਬਾਹਰ ਬੈਠੇ ਹਾਂ। ਅਸੀਂ ਗੁਰੂ ਕੋਲੇ, ਵਾਹਿਗੁਰੂ ਪਰਮੇਸ਼ਰ ਦੇ ਨਾਲ ਕਦੇ ਮਿਲ ਨਹੀਂ ਸਕਦੇ, ਜੁੜ ਨਹੀਂ ਸਕਦੇ। ਕਿਉਂ? ਕਿਉਂਕਿ ਉਹ ਪਰਮਾਤਮਾ ਆਤਰ ਦੀ ਸੀਸੀ ਆ, ਉਹ ਨਿਰਾ ਰਾਸ ਆ, ਨਿਰੀ ਸੁਗੰਧੀ ਆ, ਤੇ ਸੁਗੰਧੀ ਦਾ ਆਤਰ ਦਾ ਕੂੜ ਦੇ ਨਾਲ ਮੇਲ ਨਹੀਂ ਹੈ। ਹੁਣ ਮੰਨ ਲਵੋ ਕੂੜੇ ਦੀ ਢੇਰੀ ਆਤਰ ਦੇ ਨਾਲ ਮਿਲਾਪ ਕਰਨਾ ਚਾਹੁੰਦੀ ਆ, ਆਤਰ ਦੇ ਨਾਲ ਮਿਲਾਪ ਕਰਨਾ ਚਾਹੁੰਦੀ ਹੈ। ਕੂੜੇ ਦੀ ਢੇਰੀ, ਕੂੜਾ ਬੋਲ ਪਿਆ, ਮੰਨ ਲਓ ਕੂੜਾ ਵੈਸੇ ਬੋਲਦਾ ਨਾ, ਰੂੜੀ ਬੋਲੇ ਨਾ ਕੂੜਾ ਬੋਲੇ, ਕੁਛ ਨਹੀਂ ਬੋਲਦਾ, ਮੰਨ ਲਓ ਬੋਲ ਪਿਆ, ਕੂੜੇ ਦੀ ਢੇਰੀ ਬੋਲ ਪਈ ਵੀ ਮੈਂ ਚੰਗਾ ਬਣਨਾ ਚਾਹੁੰਦੀ ਆ। ਅਤਰ ਨੇ ਕੀ ਕਿਹਾ, ਜੇ ਤੂੰ ਚੰਗਾ ਬਣਨਾ ਚਾਹੁੰਦੀ ਆ ਨਾ, ਮੇਰੇ ਕੋਲੇ ਤੈਨੂੰ ਥਾਂ ਤਾਂ ਨਹੀਂ ਹੈ, ਮੇਰੇ ਕੋਲੇ ਤੈਨੂੰ ਥਾਂ ਨਹੀਂ ਹੈ। ਜੇ ਤੂੰ ਚੰਗਾ ਬਣਨਾ ਚਾਹੁੰਦੀ ਆ ਤਾਂ ਤੈਨੂੰ ਥੋੜੀ ਜੀ ਮਿਹਨਤ ਮਸ਼ੱਕਤ ਕਰਨੀ ਪਵੇਗੀ, ਘਾਲਣੀ ਪਵੇਗੀ, ਫਿਰ ਤੂੰ ਮੇਰਾ ਰੂਪ ਬਣ ਸਕਦੀ ਆ। ਜਦੋਂ ਆ ਗੱਲ ਆਤਰ ਨੇ ਰੂੜੀ ਨੂੰ ਕਹੀ ਨਾ, ਰੂੜੀ ਨੂੰ, ਕੂੜੇ ਕਰਕਟ ਨੂੰ ਕਹੀ, ਉਹ ਕਹਿੰਦੀ ਕਿਵੇਂ, ਉਹ ਕਹਿੰਦੀ ਕਿਵੇਂ ਬਣਾ, ਉਹ ਕਹਿੰਦਾ ਸਿੱਧੇ ਤੌਰ ਤੇ ਡਾਇਰੈਕਟ ਨਹੀਂ ਤੂੰ ਮੇਰੇ ਕੋਲੇ ਆ ਸਕੇਂਗੀ, ਹੁਣ ਤੈਨੂੰ ਆਪਣੇ ਆਪ ਨੂੰ ਗਾਲਣਾ ਪਵੇਗਾ। ਭਾਵ ਤੈਨੂੰ ਇੱਥੋਂ ਚੱਕਿਆ ਜਾਵੇਗਾ, ਜ਼ਮੀਨ 'ਚ ਪਾਇਆ ਜਾਵੇਗਾ, ਜ਼ਮੀਨ 'ਚ ਜੋ ਫਸਲ ਬੀਜੀ ਆ ਉਹ ਫਸਲ ਦਾ ਰਸ ਤੈਂ ਬਣਨਾ। ਜਿਸ ਦਿਨ ਤੂੰ ਰਸ ਬਣ ਗਈ ਨਾ, ਉਸ ਦਿਨ ਤੇਰੇ ਕੋਲੇ ਕੋਈ ਵੀ ਰੱਬ ਦਾ ਪਿਆਰਾ ਆਵੇਗਾ, ਉਹ ਗਦ-ਗਦ ਹੋ ਉੱਠੇਗਾ। ਚੇਤਾ ਰੱਖਿਓ, ਜਦੋਂ ਆਪਾਂ ਆਪਣੀ ਫਸਲ 'ਚ ਗੇੜਾ ਮਾਰਨ ਜਾਂਦੇ ਆ ਨਾ, ਆਪਣੀ ਬਗੀਚੀ 'ਚ, ਆਪਣੀ ਫਸਲ 'ਚ, ਬਾਗ 'ਚ, ਹੁਣ ਮੰਨ ਲਓ ਅੱਜ ਦੇ ਸਮੇਂ ਦੌਰਾਨ ਹਰ ਇੱਕ ਫਸਲ ਫਲ ਤੇ ਆ। ਕੁਦਰਤੀ ਤੌਰ ਤੇ ਤੁਸੀਂ ਜਾਵੋਗੇ ਨਾ, ਕੁਦਰਤੀ ਤੌਰ ਤੇ ਤੁਹਾਡਾ ਧਿਆਨ 101% ਇਕਾਗਰ ਹੋਵੇ, ਉਹ ਫਸਲ ਦੇ ਵਿੱਚੋਂ ਤੁਹਾਨੂੰ ਸੁਗੰਧੀ ਆਊਗੀ। ਉਹ ਫਸਲ ਦੇ ਵਿੱਚ ਸੁਗੰਧੀ ਦਾ ਕਾਰਨ ਪਿੱਛੇ ਉਹ ਕੂੜਾ ਜਿਹੜਾ ਇੱਕ ਦਿਨ ਰੂੜੀ ਤੇ ਸੀ, ਉਹ ਕੂੜਾ ਗਲ ਕੇ ਉਹਦੀਆਂ ਜੜ੍ਹਾਂ 'ਚ ਪਿਆ, ਉਹ ਇੱਕ ਦਿਨ ਸੁਗੰਧੀ ਦਾ ਰੂਪ ਬਣ ਕੇ ਆਤਰ ਦੀ ਸੀਸੀ 'ਚ ਕੈਦ ਹੋ ਗਿਆ। ਇਵੇਂ ਜਿਵੇਂ ਗੱਲ ਕਿਹਦੀ ਹੈ, ਗੱਲ ਉਹ ਰੂੜੀ ਦੀ ਨਹੀਂ, ਗੱਲ ਆਤਰ ਦੀ ਨਹੀਂ, ਗੱਲ ਫਸਲ ਦੀ ਨਹੀਂ, ਗੱਲ ਸਾਡੀ ਹੈ। ਇੱਥੇ ਅਸੀਂ ਕੂੜਾ ਬਣ ਗਏ, ਸਾਡੇ ਵਿਚਾਰ, ਸਾਡੇ ਖਿਆਲ ਇੰਨੇ ਗੰਦੇ ਹੋ ਗਏ, ਸਾਨੂੰ ਵਾਹਿਗੁਰੂ ਜੀ ਨੇ ਧੱਕਤਾ, ਪਾਸੇ ਕਰਤਾ। ਹੁਣ ਅਸੀਂ ਬੇਨਤੀ ਕਰਦੇ ਹਾਂ, ਅਸੀਂ ਰੂੜੀ ਆ, ਕੂੜੇ ਆ, ਅਸੀਂ ਬੇਨਤੀ ਕਰਦੇ ਹਾਂ, ਹੇ ਸੱਚੇ ਪਾਤਸ਼ਾਹ, ਅਸੀਂ ਤੂੰ ਆਤਰ ਦੀ ਸੀਸੀ ਆ,
ਤੂੰ ਬਹੁਤ ਸੁਗੰਧੀ ਦਾ ਮਾਲਕ ਆ ਨਾ, ਰਸ ਦਾ ਮਾਲਕ ਆ, ਅਸੀਂ ਤੇਰੇ ਵਰਗੇ ਕਿਵੇਂ ਬਣ ਸਕੀਏ। ਹੁਣ ਅਸੀਂ ਬੇਨਤੀ ਲੈ ਕੇ ਆ ਗਏ, ਕਿਵ ਸਚਿਆਰਾ ਹੋਈ ਹੈ। ਇਹ ਤਾਂ ਹੁਣ ਕੋਈ ਬੇਨਤੀ ਕਰੂਗਾ, ਬੇਨਤੀ ਹੁੰਦੀ ਆ ਉਹ ਡਾਢੇ ਅੱਗੇ ਪਰਮੇਸ਼ਰ ਪਰਮਾਤਮਾ ਅੱਗੇ ਤਰਲਾ ਹੁੰਦਾ, ਅਰਜ਼ੋਈ ਹੁੰਦੀ ਆ। ਪਰ ਚੇਤਾ ਰੱਖਿਓ, ਉਹ ਅਰਜ਼ੋਈ, ਉਹ ਬੇਨਤੀ ਕਿਸੇ ਹੋਰ ਖਿਆਲਾਂ ਵਿੱਚ ਜਾ ਰਹੀ ਹੈ, ਹੋਰ ਖਿਆਲਾਂ 'ਚ। ਮੰਨ ਲਵੋ ਜਿਹੜਾ ਕੰਮ ਸਰਪੰਚ ਨੇ ਕਰਨਾ ਨਾ, ਜੇ ਉਹ ਕੰਮ ਨੂੰ ਆਪਾਂ MLA ਨੂੰ ਕਹੀਏ, ਉਹ ਕਹਿੰਦਾ ਮੇਰੇ ਕਰਨ ਵਾਲਾ ਕੰਮ ਨਹੀਂ, ਤਾਂ ਸਰਪੰਚ ਹੀ ਕਰ ਦੂਗਾ। ਜਿਹੜਾ ਕੰਮ MLA ਨੇ ਕਰਨਾ ਸੀ, ਜੇ ਉਹ ਕੰਮ ਆਪਾਂ ਕਿਸੇ ਉਪ ਮੁੱਖ ਮੰਤਰੀ, ਕੈਬਨਿਟ ਮੰਤਰੀ ਨੂੰ ਕਹੀਏ, ਉਹ ਕਹਿੰਦਾ ਯਾਰ ਤੂੰ ਤਾਂ ਉਹੀ ਤੁਰਿਆ ਫਿਰਦਾ, ਤੂੰ ਪਿੱਛੇ ਬਹੁਤ ਤੇਰੇ ਬੰਦੇ ਖੜੇ ਸੀ, ਉਹਨਾਂ ਤੋਂ ਕਰਵਾ ਸਕਦਾ ਸੀ ਕੰਮ। ਮਤਲਬ ਜਿਹੜਾ ਕੰਮ ਆਪਾਂ ਗੁਰੂ ਨੂੰ ਕਹਿ ਰਹੇ ਆ ਨਾ, ਉਹ ਤਾਂ ਗੁਰੂ ਸਾਹਿਬ ਕਹਿੰਦੇ ਘਰੇ ਹੀ ਹੱਲ ਹੋ ਜਾਣਾ ਸੀ ਤੇਰਾ, ਘਰੇ ਹੀ। ਇੱਥੇ ਤਾਂ ਤੈਨੂੰ ਕਹਿਣ ਦੀ ਲੋੜ ਨਹੀਂ ਸੀ, ਪਰ ਅਸੀਂ ਇੱਥੇ ਆ ਕੇ ਕਿਹਾ। ਅਸੀਂ ਸਭ ਤੋਂ ਵੱਡੇ ਮੰਤਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੱਲ ਕਹੀ। ਇੱਥੇ ਕੀ ਕਹਿਣਾ ਸੀ? ਇੱਥੇ ਤਾਂ ਅਸੀਂ ਇਹੀ ਕਹਿਣਾ ਸੀ, ਅਸੀਂ ਕੂੜੇ ਦੀ ਢੇਰੀ ਆ। ਆਪਣੀ ਆਰੰਭਤਾ ਇੱਥੋਂ ਹੋਈ ਸੀ, ਭਾਵੇਂ ਬਾਅਦ ਵਿੱਚ ਤੁਸੀਂ ਵੀਡੀਓ ਵੇਖ ਲਿਓ। ਆਰੰਭਤਾ ਕਿੱਥੋਂ ਹੋਈ ਸੀ? ਅਸੀਂ ਕੂੜੇ ਦੀ ਢੇਰੀ ਆ। ਜਿਨ੍ਹਾਂ ਨੇ ਆਰੰਭਤਾ ਦੇ ਵਿੱਚ ਬੋਲ ਸੁਣੇ ਨੇ ਉਹਨਾਂ ਨੂੰ ਪਤਾ। ਅਸੀਂ ਕੂੜੇ ਦੀ ਢੇਰੀ ਆ ਸੱਚੇ ਪਾਤਸ਼ਾਹ, ਤੇ ਕੂੜੇ ਨੂੰ ਹੁਣ ਅਤਰ ਦੇ ਰੂਪ ਵਿੱਚ ਕਿਵੇਂ ਬਦਲਿਆ ਜਾਵੇ? ਕੂੜੇ ਨੂੰ ਕਿਵੇਂ ਅਤਰ ਦੇ ਰੂਪ ਵਿੱਚ ਬਦਲਿਆ ਜਾਵੇ? ਹੁਣ ਗੁਰੂ ਦੱਸਦਾ। ਉਹ ਆਪਾਂ ਦੇਖ ਲਿਆ ਵੀ ਰੂੜੀ ਕਿਵੇਂ ਸੁਗੰਧੀ ਜਾਂ ਰਸ ਦੇ ਰੂਪ 'ਚ ਬਦਲੀ। ਜ਼ਮੀਨ 'ਚ ਜਾ ਕੇ ਉਹਨੂੰ ਮਿਕਸ ਕੀਤਾ ਗਿਆ, ਉਹਨੇ ਆਪਣਾ ਰਸ, ਆਪਣਾ ਭਾਵ ਅਸਰ ਦਿਖਾਇਆ, ਤੇ ਜਾ ਕੇ ਉਹ ਸੁਗੰਧੀ ਦਾ ਰੂਪ, ਰਸ ਦਾ ਰੂਪ ਬਣ ਗਈ। ਹੁਣ ਅਸੀਂ ਕੂੜ ਦਾ ਢੇਰ ਹਾਂ। ਭਗਤ ਜੀ ਕਹਿੰਦੇ ਅਸੀਂ ਰੱਬ ਅੱਗੇ, ਗੁਰੂ ਅੱਗੇ ਬੇਨਤੀ ਕਰਨੀ ਆ। ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਤੂੰ ਆਹ ਵਚਨ ਬੋਲੀ ਪੁੱਤ, ਮੈਥੋਂ ਨਾ ਧਾਰੇ ਲੈ ਲਾ ਇਹ ਵਚਨ, ਮੈਥੋਂ ਇਹ ਕਵਿਤਾ, ਆਹ ਗੀਤ ਉਧਾਰਾ ਲੈ ਲਾ, ਗਾ ਤੂੰ ਦੇ। ਕੋਈ ਗੱਲ ਨਹੀਂ, ਮੈਂ ਤਾਂ ਲਿਖਾ ਰਹੀ ਹਾਂ, ਬੋਲ ਤੂੰ ਦੇ ਹੀ, ਉਧਾਰੇ ਲੈ ਲਾ ਮੈਥੋਂ ਗੀਤ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ। ਦੇਖੋ ਕੀ ਇਹ ਕਿਵ ਕੂੜਾ, ਕਿਵ ਕਿਵੇਂ ਮੇਰੇ ਅੰਦਰੋਂ ਉਹ ਕੂੜੇ ਦੀ ਢੇਰੀ, ਕੂੜੇ ਦੀ ਕੰਧ, ਕੂੜੇ ਦੀ ਪਾਲ। ਕਿਵ ਸਚਿਆਰਾ, ਕਿਵੇਂ ਮੈਂ ਸੱਚਾ ਹੋਵਾਂ, ਅਤਰ ਮੈਂ ਕਿਵੇਂ ਬਣਾ। ਉਹ ਸੱਚਾ ਨਾ ਪਰਮਾਤਮਾ, ਉਹ ਪਰਮਾਤਮਾ ਅਤਰ ਦੀ ਸੀਸੀ, ਵਾਹਿਗੁਰੂ ਸੱਚਾ ਹੈ, ਤੇ ਅਸੀਂ ਸੱਚੇ ਕਿਵੇਂ ਬਣੀਏ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਤੇ ਅਗਲੀ ਗੱਲ, ਅਤਰ ਦੀ ਸੀਸੀ ਨੇ ਕਹੀ ਸੀ ਨਾ, ਤੈਨੂੰ ਫਿਰ ਥੋੜਾ ਜਿਹਾ ਕੰਮ ਕਰਨਾ ਪਊ। ਕਿਹੜਾ? ਤੈਨੂੰ ਆਪਣੇ ਆਪ ਨੂੰ ਮਿਹਨਤ ਕਰਨੀ ਪੈਣੀ ਹੈ, ਜ਼ਮੀਨ 'ਚ ਮਿਕਸ ਹੋਣਾ ਪੈਣਾ। ਤੈਨੂੰ ਜ਼ਮੀਨ 'ਚ ਨਾ ਮਿਕਸ ਹੋਣਾ ਪੈਣਾ। ਮਤਲਬ ਇੱਥੇ ਤੇਰੀ ਢੇਰੀ ਬਹੁਤ ਵੱਡੀ ਹੈ, ਪਰ ਕਦਰ ਕੋਈ ਨਹੀਂ। ਹੁਣ ਕੂੜੇ ਦੀ ਢੇਰੀ 10 ਫੁੱਟ ਉੱਚੀ ਹੋ ਸਕਦੀ ਆ, ਤੇ ਜੋ ਹੰਕਾਰ ਕਰੇ ਲੈ ਮੈਂ ਤਾਂ ਸਭ ਤੋਂ ਉੱਚੀ ਆ, ਉਹਦੇ ਹੰਕਾਰ ਦਾ ਕੋਈ ਮੁੱਲ ਨਹੀਂ। ਪਰ ਜਦੋਂ ਉਹਨੇ ਅਤਰ ਦੀ ਸੀਸੀ ਤੋਂ ਗੱਲ ਸੁਣ ਲਈ ਨਾ, ਉਹਨੇ ਕੀ ਕਿਹਾ? ਤੈਨੂੰ ਸਭ ਦੀ ਪੈਰਾਂ ਦੇ ਵਿੱਚ ਆਉਣਾ ਪਊਗਾ, ਜ਼ਮੀਨ ਦੇ ਵਿੱਚ ਮਿਕਸ ਹੋਣਾ ਪਊ, ਪੈਰਾਂ ਥੱਲੇ ਲਤੜਨਾ ਤੈਨੂੰ। ਤੇਰੇ ਭਾਵ ਪਰਿਵਾਰ ਨੂੰ, ਰੂੜੀ ਦੇ ਪਰਿਵਾਰ ਨੂੰ, ਕੂੜੇ ਕਰਕਟ ਦੇ ਪਰਿਵਾਰ ਨੂੰ ਪਾਣੀ ਵਿੱਚ ਭਿਉਂ ਕੇ ਗਾਲਣਾ ਪਊਗਾ, ਖਤਮ ਕਰਨਾ ਪਊ ਤੈਨੂੰ। ਹਲਦੀ ਵਹਾਈ ਪਾਉਣੀ ਪਊ, ਕਈਆਂ ਨਾਲ ਵੱਢਣਾ ਪੈਣਾ ਤੈਨੂੰ। ਇੰਨਾ ਭਾਵ ਮਿਹਨਤ ਕਰਨੀ ਪੈਣੀ ਹੈ, ਫਿਰ ਜਾ ਕੇ ਤੂੰ ਰਸ ਬਣੇਗੀ। ਹੁਣ ਇੱਥੇ ਗੁਰੂ ਕੀ ਕਹਿੰਦਾ? ਮਿਹਨਤ ਕਰਨੀ ਪਊ, ਗੱਲ ਸੁਣਨੀ ਪੈਣੀ ਆ। ਹੁਕਮ ਰਜਾਈ ਚੱਲਣਾ, ਹੁਕਮ ਦੇ ਵਿੱਚ ਰਹਿਣਾ। ਆਪਣਾ ਕੀ ਪੱਖ ਚੱਲ ਰਿਹਾ ਸੀਗਾ ਵੀ ਅਸੀਂ ਕਿਵੇਂ ਗੁਰੂ ਨੂੰ ਟੁੱਟੇ ਆ। ਅਸੀਂ ਹੁਕਮ ਦੇ ਵਿੱਚੋਂ ਬਾਹਰ ਹੋ ਗਏ। ਹੁਕਮ ਚਾਹੇ ਕਿਸੇ ਵੀ ਗੱਲ ਦਾ, ਵਿਆਹਾਂ ਸ਼ਾਦੀਆਂ ਤੇ ਦੇਖ ਲਓ, ਹੁਕਮ ਤੋਂ ਬਾਹਰ ਆ, ਹੁਕਮ ਤੋਂ ਬਾਹਰ ਆ ਨਾ। ਹੁਕਮ ਤੋਂ ਬਾਹਰ ਹੋ ਕੇ ਵਿਆਹ ਹੋ ਰਹੇ ਨੇ ਜਿੰਨੇ ਹੋ ਰਹੇ ਨੇ, ਭਾਵੇਂ ਕੋਈ 2-2 ਕਿਰਪਾਨਾਂ ਪਾਈ ਫਿਰੇ। ਹੁਕਮ ਤੋਂ ਬਾਹਰ ਹੋ ਕੇ ਮੌਤਾਂ ਦੇ ਸਮਾਗਮ ਹੁੰਦੇ ਨੇ, ਮਰਗਾਂ ਦੇ ਸਮਾਗਮ ਹੁੰਦੇ ਨੇ, ਹੁਕਮ ਤੋਂ ਬਾਹਰ ਹੋ ਕੇ। ਗੁਰੂ ਨੇ ਤਾਂ ਕਿਹਾ ਸੀ ਨਾ, ਮੇਰੇ ਘਰੇ ਆਉਣਾ, ਪੰਗਤ 'ਚ ਬੈਠ ਕੇ ਰੋਟੀ ਮਿਲੂ ਤੈਨੂੰ। ਤੇ ਅਸੀਂ ਸਾਡੇ ਮੇਜ਼ ਕੁਰਸੀਆਂ ਤੋਂ ਬਿਨਾਂ ਥੱਲੇ ਬੈਠਾ ਨਹੀਂ ਜਾਂਦਾਗਾ। ਸੋਚੋ, ਗੁਰੂ ਦੇ ਹੁਕਮ ਤੋਂ ਬਾਹਰ ਆ, ਤਾਈਓ ਖੁਆਰੀ ਆ। ਗੁਰੂ ਕਹਿੰਦਾ ਮੇਰੇ ਕੋਲੇ ਆਉਣਾ ਨਾ, ਚੰਗਾ ਭੋਜਨ ਮਿਲੂਗਾ, ਮਿਲੂ ਤਾਕਤਵਰ। ਤੇ ਅਸੀਂ ਕੀ ਖਾਂਦੇ ਆ? ਜਿਸ ਭੋਜਨ ਤੋਂ ਬਿਮਾਰੀਆਂ ਲੱਗਣ। ਬ੍ਰੈਡ ਪਕੌੜਿਆਂ ਤੋਂ ਬਿਮਾਰੀਆਂ ਨਹੀਂ ਲੱਗਦੀਆਂ, ਜਲੇਬੀਆਂ ਤੋਂ ਸ਼ੂਗਰ ਹੀ ਵੱਧਦਾ ਨਾ। ਗੁਰੂ ਕਹਿੰਦਾ ਚੰਗਾ ਭੋਜਨ ਮਿਲੂ ਤੈਨੂੰ, ਦੇਸੀ ਘਿਓ ਦੀ ਖੀਰ ਮਿਲ ਸਕਦੀ ਆ, ਭਾਵ ਤੇਰੇ ਸਰੀਰ ਨੂੰ ਨਰੋਆ ਕਰਨ ਵਾਸਤੇ। ਤੇ ਸਾਨੂੰ ਕੀ ਮਿਲਿਆ? ਸੋਚੋ,
मतलब एक नहीं होर बहुत कुछ हैगा। गुरु दे हुक्म तो पासे उठना बंद कर दिता। गुरु कहंदा सदेहा सौ जी, सदेहा सुते नहीं। गुरु कहंदा थोड़ा खा चंगा खा, नहीं काम कीता। गुरु कहंदा ज्ञानवान बन, नहीं बन सकेगी। होर बहुत कुछ प्राप्त कर लिया पर गुरु दे आखे नहीं लगेगी। फिर गुरु साहब कहंदे फिर तू सच्चा किवें बनेगा पुੱਤ, हुण मेरे कोले इहदा इदू गाहां इलाज नहीं है, हुण तेरी मर्जी हैगी। फिर हुण साडे अंदर पीड़ पैदा नहीं हो सकदी। ਜਦੋਂ ਆਪਾਂ ਆਖੇ नहीं लगे दर्द नहीं पैदा होगा, आखे लगांगे तरस बनूगा। तरस मीन दर्द पैदा होगा, दर्द पैदा हो गया सानू वो रब दा दीदार होवेगा। किव सचियारा होई है, इत्थे आपां थोड़ा जिहा पक्ख लैके फिर अगे शब्द वाल चलना। किव सचियारा होई है, किव कूड़े टुट्टे पाल, हुक्म रजाई चलना। ये मुੱਢ तो गल लिखी है, तेरे जम्मण तो पहलां गल लिखी है। नानक लिखिया नाल ये किसी मंत्री दा, किसी उप मुख मंत्री दा, किसी प्रधान मंत्री दा, किसी दा हुक्म नहीं है। ये रब दा हुक्म आ, हुक्म रजाई चलना। नानक लिखिया नाल तैनूं हुक्म दे विच चलना पवेगा। हुक्म विच चलेगा तेरी बिथ टुट जावेगी। हुक्म दे विचों पासे हो गया फिर परमेश्वर ते भुलिया व्यापन सभे रोग। रोग रहत मेरा सतगुर जोगी, मेरा सतगुर रोग तो रहत है। पूरी दुनिया रोगी आ। रोग शरीर दे दी गल नहीं। इत्थे आपां पहलां उदाहरण ले लई सी, भावें कैंसर दा मरीज होवे पर होवे गुरु नाल जुड़िया होया। बाबा नानक कहंदा है रोग तो रहता। ते जे असीं सरीरक तंदुरुस्त हाँ, शरीर करके कोई तकलीफ नहीं ना, रब नाल जुड़े नहीं हाँ। बाबा नानक कहंदा रोगां दा कुजा है। तां तंदुरुस्त शरीर नूं गुरु नानक दी बाणी रोगां दा कुजा कहंदी है, टुੱਟੇ होया नूं। पर बंदे दा शरीर रोगी होवे, दुनिया दी अख कहंदी होवे भी रोगी है ये, पर बाबे नानक नूं पुछगे जे आपां गुरु नाल जुड़े आ, वो कहंदा नहीं तुहानूं रोगी लगदा, ये रोगी नहीं है, ये तां तंदुरुस्त हैगा। बस इत्थे आके परिभाषा बदल जाती है। ताइयों इत्थे भगत जी ने कहा सो कत जानै पीर पराई, जिहदे अंदर फिर रब नालों टुੱਟਣ दा एहसास नहीं होया, वो कदे दूजियां दी पीड़ दूजियां दा दर्द नहीं समझ सके। जिहदे ढिड च दर्द होया ना ते दूजा कोले कदे कवे मेरे ढिड च दर्द होंदा, उही मन सकदा भी हाँ भाई पेट दा दर्द बहुत तंग करदा, तू सचमुच ही तंग होवेगा क्योंकि मेरे होया सी। आपां नूं एहसास हो गया ना भी रब नालों टुੱਟਣ ते किन्नियां क भाव तकलीफां झलणियां पैंदियां। फिर आपां रौला पावांगे भी रब नाल जुड़ो भाई, तुसीं सारे टुੱਟੇ होए हो, जुड़ो वाहिगुरू परमेश्वर नूं मन्नो, ओदी गल नूं सुणो। आपां फिर रौला पावांगे। जिन्हां ने रौला पाया उन्हां दी जिंदगी फिर सोहणी बन जांदी। रौला पाउण वाला तां रौला ਉਹ नहीं पाउणा फोकट, रौला ਉਹ पाउणा ਜਿਹੜਾ ਕਿਸੇ ਦਾ सोहना जीवन बना दे, वो रौला पाउणागा। रौला ਤਾਂ ਡੀਜਿਆਂ ਦਾ ਬਹੁਤ ਪੈਂਦਾ ਨਾ, ਉਹ ਕਿਸੇ ਕੰਮ ਦਾ ਨਹੀਂ ਹੈ। ਰੌਲਾ ਪਾਉਣਾ ਅਖੰਡ ਪਾਠ ਸਾਹਿਬ ਚੱਲਦਾ, ਵੱਧ ਤੋਂ ਵੱਧ ਰੌਲਾ ਪੈਣਾ ਚਾਹੀਦਾ। ਰੌਲੇ ਦੀ ਪਰਿਭਾਸ਼ਾ ਸਮਝੋ, ਇੱਕ ਕਾਮਾ ਰੌਲੀ ਰੌਲਾ ਪੈਣਾ। ਹੁਣ ਵੀ ਆਪਾਂ ਰੌਲਾ ਹੀ ਪਾਈ ਜਾਂਦੇ ਨਾ, ਬਹੁਤਿਆਂ ਨੂੰ ਇਹ ਰੌਲਾ ਚੰਗਾ ਲੱਗ ਜਾਂਦਾ ਤੇ ਬਹੁਤਿਆਂ ਨੂੰ ਇਹ ਰੌਲਾ ਹਜਮ ਨਹੀਂ ਆਉਂਦਾ, ਚੰਗਾ ਨਹੀਂ ਲੱਗਦਾ। ਫਿਰ ਭਗਤ ਜੀ ਕਹਿੰਦੇ ਨੇ ਸਹਿ ਕੀ ਸਾਰ ਸੁਹਾਗਣ ਜਾਣੈ। सह मतलब परमेश्वर परमात्मा, सार उहदे बारे फिर सुहागणी जान सकदी आ। सुहागणी अपने पति दे गुणां नूं समझ सकदी है, हर कोई नहीं। फिर अगे तज अभिमान सुख रलिया मानै, अपने अंदरों हंकार छड्ड के सुख रलिया मानै, सुख नूं मान। हंकार नूं छड्ड के ही सुख मिल सकदा, हंकार नूं छड्ड के सुख नहीं मिल सकदा। तन मन दे ना अंतर रखै, अवरा देख ना सुनै अपख है। तन मन अपना उस मालक नूं तू अर्पण कर दे, ਉਹਨੂੰ अर्पण कर देवेगा, फिर तेरी जिंदगी जिहड़ी सुखाली जरूर होवेगी। इसी गल ने भी ना सुखाली होवे। फिर भगत जी कहंदे ने जा के अंतर दर्द ना पाई रहाओ। दुखी दुहागण दोए पखहीनी, जिन नाह निरंतर भगत ना कीनी। दुहागण दुखी है, उन्हें भगती नहीं कीती। भगती मीनज गुण नहीं पैदा कीते। दो शरीर ने, पति पत्नी दा सुहागण पत्नी नूं कहा जांदा, जो अपने पति दे कहने विच है, जो कहने तो बाहर है उहनूं आपां दुहागण कह दिंदे आ। भाव जिन्हें पति दे गुणां नूं स्वीकार नहीं कीता वो दुहागण। असीं की बन गए? दुहागणा दा रूप बन गए। फिर पातशाह जी कहते ने दुखी दुहागण दोए पखहीनी, जिन ना निरंतर भगत ना कीनी। भगती नहीं कीती की पुर सलात का पंथ दुहेला।
ਮੁਸਲਮਾਨਾਂ ਦੇ ਖਿਆਲਾਂ ਮੁਤਾਬਕ, ਇਹ ਗੁਰਮਤ ਮੁਤਾਬਕ ਨਹੀਂ, ਮੁਸਲਮਾਨੀ ਖਿਆਲਾਂ ਦੇ ਮੁਤਾਬਕ। ਕਹਿੰਦੇ ਦੋਜ਼ਖ ਦੀ ਅੱਗ ਮੱਚਦੀ ਆ, ਨਰਕ ਨੇ ਮਤਲਬ ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਕਹਿ ਦਿੰਦੇ ਆ ਅਤੀ ਵੱਡੇ ਨਰਕ, ਕੁੰਭੀ ਨਰਕ ਵੀ ਕਹਿ ਦਿੰਦੇ ਆਪਾਂ। ਕਹਿੰਦੇ ਇੱਕ ਬਹੁਤ ਵੱਡਾ ਨਰਕ ਆਗਾ ਜਿਹਦੇ ਵਿੱਚ ਬੜੇ ਵੱਡੇ ਵੱਡੇ ਭਾਂਬੜ ਵਲਦੇ ਨੇ ਅੱਗ ਦੇ, ਤੇ ਹਿੰਦੂ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ। ਚਲੋ ਮੁਸਲਮਾਨ ਭਰਾਵਾਂ ਨੇ ਕਹਿਤਾ, ਕਹਿੰਦੇ ਨਹੀਂ, ਕਹਿੰਦੇ ਉਹਦੇ ਉੱਤੋਂ ਦੀ ਪੁਲ ਬਣਿਆ ਹੋਇਆ। ਹੁਣ ਸਵਾਲ ਇਹ ਬਣ ਜੂ ਵੀ ਉਹ ਨਰਕ ਕਿੱਥੇ ਨੇ, ਅੱਗ ਕਿੱਥੇ ਮੱਚਦੀ ਆ। ਅਸੀਂ ਹੁਣ ਵਾਹਿਗੁਰੂ ਭਲਾ ਕਰੇ, ਉਹ ਉਹਨਾਂ ਦਾ ਮਤ ਆ, ਸਾਡਾ ਨਹੀਂ। ਭਗਤ ਜੀ ਕਹਿੰਦੇ ਸਾਡੀ ਗੱਲ ਨਹੀਂ, ਇਹ ਉਹਨਾਂ ਦੀ ਗੱਲ ਆ। ਫਿਰ ਅੱਗੋਂ ਪੁਲ ਬਣਿਆ ਪਿਆ, ਉਹ ਪੁਲ ਬਣਾਇਆ ਕਿਹਨੇ, ਕਿੱਥੋਂ ਦਾ ਕਾਰੀਗਰ ਸੀ, ਕਿੱਥੋਂ ਦਾ ਉਹ ਇੰਜੀਨੀਅਰ ਸੀ ਜਿਹਨੇ ਉਹ ਨਕਸ਼ਾ ਤਿਆਰ ਕੀਤਾ, ਅੱਗ ਉੱਤੋਂ ਦੀ ਪੁਲ ਤਿਆਰ ਕੀਤਾ। ਪਰ ਚਲੋ ਉਹਨਾਂ ਦੀ ਮਨੌਤ ਆ। ਕਹਿੰਦੇ ਫਿਰ ਪੁਰ ਸਲਾਤ, ਪੁਰ ਦਾ ਮਤਲਬ ਪੁਲ, ਸਲਾਤ ਦੋਜ਼ਖ, ਪੁਰ ਸਲਾਤ ਕਾ ਪੰਥ ਦੁਹੇਲਾ, ਦੁਖੀ ਉਹ ਮਾਰਗ ਬਹੁਤ ਦੁੱਖਾਂ ਭਰਿਆਗਾ, ਔਖਾਗਾ, ਤਕਲੀਫਾਂ ਭਰਿਆਗਾ, ਤੈਂ ਉੱਥੋਂ ਦੀ ਲੰਘਣਾਗਾ, ਉੱਥੋਂ ਦੀ ਲੰਘਣਾ ਨਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਸੰਗ ਨਾ ਸਾਥੀ ਗਬਨ ਅਕੇਲਾ। ਕਹਿੰਦੇ ਉਹ ਪੁਲ ਉੱਤੋਂ ਦੀ ਲੰਘਾਉਣ ਦੇ ਲਈ, ਉਹ ਅੱਗ ਵਿੱਚੋਂ ਦੀ ਲੰਘਾਉਣ ਦੇ ਲਈ ਤੇਰਾ ਦੁਨੀਆ ਦੇ ਵਿੱਚ ਕੋਈ ਵੀ ਸਾਥੀ ਨਹੀਂ ਹੈ। ਪਰ ਹੁਣ ਗੁਰਮਤ ਦੀ ਆਪਾਂ ਗੱਲ ਸੁਣ ਲਓ। ਗੁਰਮਤ ਕੀ ਕਹਿੰਦੀ ਆ, ਉਹ ਅੱਗ ਵਿੱਚ ਜਦੋਂ ਜਾਵੇਂਗਾ ਦੇਖੀ ਜਾਊ। ਗੁਰਮਤ ਨੇ ਕਹਿਤਾ ਉਹ ਪੁਲ ਤੇ ਜਦੋਂ, ਜਿਹੜਾ ਉਹਨਾਂ ਨੇ ਬਣਾਇਆ, ਉਹਨਾਂ ਦੀ ਮਨੌਤ ਮੁਤਾਬਕ ਪੁਲ ਆ ਨਾ, ਉਹ ਪੁਲ ਤੇ ਜਦੋਂ ਚੜ੍ਹੇਗਾ ਵੇਖੀ ਜਾਊ। ਪਰ ਅੱਜ ਵਰਤਮਾਨ ਦੇਖ, ਵਰਤਮਾਨ ਸਮੇਂ ਦੇ ਵਿੱਚ ਤੂੰ ਅੱਗ 'ਚ ਮੱਚ ਰਿਹਾ, ਕਾਮ ਦੀ ਅੱਗ 'ਚ, ਕ੍ਰੋਧ ਦੀ ਅੱਗ 'ਚ, ਲੋਭ ਲਾਲਚ ਦੀ ਅੱਗ 'ਚ, ਰਿਸ਼ਵਤ ਲੈਣ ਦੇਣ ਦੀ ਅੱਗ 'ਚ, ਮੰਦਾ ਚੰਗਾ ਬੋਲਣ ਦੀ ਅੱਗ ਵਿੱਚ, ਹੰਕਾਰ ਦੀ ਅੱਗ ਵਿੱਚ। ਆ ਅੱਗ ਤੋਂ ਬਚ, ਉਹ ਅੱਗ 'ਚ ਤਾਂ ਜਿੱਦੇ ਜਾਏਗਾ ਨਾ ਦੇਖੀ ਜਾਊ। ਆਪਣੀ ਆਮ ਹੀ ਗੱਲ ਹੁੰਦੀ ਹੈ ਨਾ, ਕੋਈ ਗੱਲ ਨਹੀਂ, ਅੱਜ ਦੇ ਸਮੇਂ 'ਚ ਕਿਹੜੀ ਫਸਲ ਬੀਜੀ ਹੈ, ਕੀ ਕਰਨਾ, ਉਹਦੇ ਬਾਰੇ ਸੋਚ। ਕੱਲ ਜਦੋਂ ਆਊ ਉਦੋਂ ਦੇਖਾਂਗੇ, ਸਿਆਣੇ ਬੰਦੇ ਕਹਿੰਦੇ ਨੇ ਆ ਗੱਲ, ਕੱਲ ਜਦੋਂ ਆਊ ਉਦੋਂ ਦੇਖਾਂਗੇ। ਹੁਣ ਬਾਬਾ ਨਾਨਕ ਕਹਿੰਦਾ ਉਹ ਪੁਲਾਂ ਨੂੰ ਛੱਡ। ਹੁਣ ਹਿੰਦੂ ਭਰਾ ਕੀ ਕਹਿੰਦਾ, ਉਹ ਕਹਿੰਦਾ ਫਿਰ ਇੱਕ ਕਾਮਧੇਨ ਗਾਂ ਬਣੀ ਆ। ਕਹਿੰਦੇ ਜੇ ਤੂੰ ਮਾੜੇ ਕੰਮ ਕੀਤੇ, ਕਹਿੰਦੇ ਉਹ ਇੱਕ ਬਿਹਤਰੀ ਨਦੀ ਹੈਗੀ, ਪੀਕ ਦੀ, ਰਾਧ ਦੀ, ਖੂਨ ਦੀ ਨਦੀ ਆ, ਉਹਦੇ ਵਿੱਚੋਂ ਦੀ ਲੰਘਣਾ ਤੈਂ। ਤੇ ਜੇ ਤਾਂ ਤੂੰ ਚੰਗੇ ਕਰਮ ਕਰੇਗਾ ਫਿਰ ਤਾਂ ਕਹਿੰਦੇ ਤੈਨੂੰ ਗਾਂ ਮਿਲ ਜੂ, ਤੇ ਗਾਂ ਦੀ ਕੂਸ਼ ਫੜ ਕੇ ਲੰਘ ਜਾਏਗਾ। ਜੇ ਮਾੜੇ ਕੰਮ ਕਰੇਗਾ ਫਿਰ ਉਹ ਗਾਂ ਤੈਨੂੰ ਮਿਲਣੀ ਨਹੀਂ। ਤਾਂ ਇਹਨੂੰ ਮਰਨ ਵੇਲੇ, ਸ਼ਾਇਦ ਮੈਨੂੰ ਪੂਰਾ ਨਹੀਂ ਪਤਾ, ਤੁਹਾਡੇ ਧਿਆਨ 'ਚ ਹੋਵੇਗਾ, ਬੱਚੀਆਂ ਦੇ ਪੈਰ ਜੇ ਕੱਚੀ ਲੱਸੀ ਨਾਲ ਧੋਤੇ ਜਾਂਦੇ ਨੇ ਮੌਤਾਂ ਵੇਲੇ। ਇਹ ਸਾਡੇ ਵਾਲਾ ਇੱਥੋਂ ਵਾਲਾ ਪੁਜਾਰੀ ਕਹਿੰਦਾ। ਇੱਕ ਅਸਲਾਮੀ ਮਤ ਕਹਿੰਦਾ, ਇੱਕ ਕਹਿੰਦਾ ਗਾਂ ਚਾਹੀਦੀ ਤੈਨੂੰ। ਬਾਬਾ ਨਾਨਕ ਕਹਿੰਦਾ ਨਾ ਗਾਂ ਦੀ ਲੋੜ ਆ, ਨਾ ਪੁਲ ਦੀ ਲੋੜ ਆ, ਸਾਨੂੰ ਤਾਂ ਕਾਸੇ ਦੀ ਵੀ ਲੋੜ ਨਹੀਂ ਗੀ। ਆਹ ਵਰਤਮਾਨ ਸਮਾਂ ਦੇਖ, ਇੱਥੇ ਤਾਂ ਨਹੀਂ ਨਰਕ ਭੋਗੀ ਜਾਂਦਾ ਤੂੰ, ਭੋਗ ਰਹੇ ਹਾਂ। ਉਹ ਪਹਿਲਾਂ ਆਰੰਭਤਾ ਦੇ ਵਿੱਚ ਗੁਰੂ ਸਾਹਿਬ ਨੇ ਦੱਸਤਾ, ਜੇ ਇੱਥੋਂ ਵਾਲਾ ਨਰਕ ਭੋਗ ਰਿਹਾ ਨਾ, ਫਿਰ ਅੱਗੇ ਜਾ ਕੇ ਤੈਨੂੰ ਕੋਈ ਵਾਧੇ ਘਾਟੇ ਵਾਲੀ ਗੱਲ ਦਾ ਫਾਇਦਾ ਨਹੀਂ ਹੋਵੇਗਾ। ਵਰਤਮਾਨ ਸਮਾਂ ਵੇਖ, ਗੁਰਬਾਣੀ ਹੈ ਜਿਹੜੀ ਉਹ ਵਰਤਮਾਨ ਸਮੇਂ ਨੂੰ ਸੋਹਣਾ ਬਣਾਉਂਦੀ ਆ। ਅੱਛਾ, ਜਿਨ੍ਹਾਂ ਨੇ ਵਰਤਮਾਨ ਸਮਾਂ ਸੋਹਣਾ ਬਣਾ ਲਿਆ, ਫਿਰ ਉਹਨਾਂ ਨੂੰ ਭਾਈ ਮਨਮੱਤੀ ਕਰਮ ਕਰਨ ਦੀ ਕੋਈ ਲੋੜ ਨਹੀਂ ਪੈਂਦੀ, ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ। ਜਿਨ੍ਹਾਂ ਨੇ ਅੱਜ ਦਾ, ਹੁਣ ਦਾ ਵਕਤ, ਤੁਸੀਂ ਅੰਮ੍ਰਿਤ ਵੇਲਾ ਸੋਹਣਾ ਬਣਾ ਲਿਆ ਨਾ, ਦਿਨ ਤੁਹਾਡਾ ਵਧੀਆ ਲੰਘੂਗਾ। ਜਿਨ੍ਹਾਂ ਨੇ ਵਰਤਮਾਨ ਸੰਭਾਲ ਲਿਆ, ਦਿਨ ਵਧੀਆ ਲੰਘ ਗਿਆ, ਕੰਮ ਧੰਦਾ ਕੀਤਾ, ਸਾਰਾ ਦਿਨ ਕਿਰਤ ਕੀਤੀ, ਰਾਤ ਨੂੰ ਨੀਂਦ ਵਧੀਆ ਆਊਗੀ। ਦੇਖੋ ਆਟੋਮੈਟਿਕ ਹੀ ਸੋਹਣਾ ਸਮਾਂ ਬਣਨ ਲੱਗ ਗਿਆ। ਇੱਥੇ ਫਿਰ ਭਗਤ ਜੀ ਕਹਿੰਦੇ ਨਾ, ਸੰਗ ਨਾ ਸਾਥੀ ਗਬਨ ਅਕੇਲਾ। ਵਰਤਮਾਨ ਸਮੇਂ ਵਿੱਚ ਸਾਡਾ ਗੁਰੂ ਸ਼ਬਦ ਨਾਲ ਬਾਹ ਪੈ ਜਾਵੇਗਾ, ਫਿਰ ਸਾਡੀ ਜ਼ਿੰਦਗੀ ਸੁਵੱਲੀ ਬਣ ਜਾਵੇਗੀ। ਲਾਸਟ ਵਿੱਚ ਭਗਤ ਜੀ ਕਹਿੰਦੇ ਨੇ, ਦੁਖੀਆ ਦਰਦਵੰਦ ਦਰ ਆਇਆ। ਇਹ ਪੰਕਤੀ ਜਦੋਂ ਦਰਬਾਰ ਸਾਹਿਬ ਵਿੱਚ ਆਉਣੇ ਨਾ, ਖੱਬੇ ਸੱਜੇ ਲਿਖੀ ਹੋਈ ਆ, ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਮੈਂ ਦੁਖੀ ਹਾਂ, ਮੈਂ ਤੇਰੇ ਦਰ ਤੇ ਆ ਵੜਿਆ। ਅਸੀਂ ਕੀ ਕਿਹਾ, ਮੈਂ ਦੁਖੀ ਹਾਂ, ਤੇਰੇ ਦਰ ਤੇ ਆ ਗਿਆ। ਪਰ ਉਹ ਦੁੱਖ ਦੱਸਣਾ ਕਿਹੜਾ, ਇੰਨਾ ਜ਼ਰੂਰ ਪਤਾ ਹੋਣਾ ਚਾਹੀਦਾ, ਇੰਨਾ ਜ਼ਰੂਰ ਪਤਾ ਹੋਣਾ ਚਾਹੀਦਾ ਦੁੱਖ ਦੱਸਣਾ ਕਿਹੜਾ ਗਾ। ਤੇ ਕਈ ਵਾਰ ਤਾਂ ਨਾ ਦੁੱਖ ਹੋਰ ਹੁੰਦਾ, ਦੁੱਖ ਹੋਰ ਦੱਸ ਬੈਨੇ ਆ, ਹੱਲ ਨਹੀਂ ਹੁੰਦਾ। ਫਿਰ ਹੁਣ ਦੁੱਖ ਕੀ ਸੀਗਾ, ਵਿਛੜਨ ਦਾ। ਮੈਂ ਟੁੱਟਿਆ ਹੋਇਆ ਤੇ ਬਖਸ਼ਿਸ਼ ਕਰੋ ਮਾਲਕ ਜੀ, ਮੈਨੂੰ ਵਿਛੜੇ ਹੋਏ ਨੂੰ ਨਾ ਜੋੜ ਲਵੋ, ਆਹ ਦੁੱਖ ਆ ਮੈਨੂੰ। ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ
ਮੈਨੂੰ ਇਹ ਚੀਜ਼ ਦੀ ਤੇਹ ਲੱਗੀ ਆ, ਮੈਂ ਟੁੱਟਿਆ ਹੋਇਆ ਪਿਆਸਾ ਮੈਂ, ਤੇ ਮੇਰੀ ਪਿਆਸੇ ਦੀ ਤੇਹ ਬੁਝਾ ਦੇ। ਦੁਖੀਆ ਦਰਦਮੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਪਿਆਸ ਬੜੀ ਲੱਗੀ ਸੀ ਪਰ ਜਵਾਬ ਨਹੀਂ ਪਾ ਸਕਿਆ। ਹੁਣ ਤੇਹ ਤਾਂ ਉਦੋਂ ਹੀ ਮਿਟੂ ਨਾ ਜਦੋਂ ਪਾਣੀ ਥੱਲੇ ਹੱਥ ਜਾਣਗੇ। ਜਦੋਂ ਪਾਣੀ ਥੱਲੇ ਹੱਥ ਨਹੀਂ ਗਏ ਤਾਂ ਫਿਰ ਤੇਹ ਕਦੇ ਮਿਟ ਨਹੀਂ ਸਕਦੀ ਗੀ। ਰੱਬੀ ਗਿਆਨ ਥੱਲੇ ਸਾਡਾ ਸਿਰ ਦਿਮਾਗ ਰੂਪੀ ਹੱਥ ਆਊ ਨਾ, ਪਿਆਸ ਤਾਂ ਹੀ ਬੁਝੂਗੀ ਜੇ ਰੱਬੀ ਗਿਆਨ ਥੱਲੇ, ਰੱਬੀ ਗਿਆਨ ਥੱਲੇ, ਗਿਆਨ ਨੂੰ ਕੀ ਮੰਨਣਾ? ਪਾਣੀ। ਰੱਬੀ ਗਿਆਨ ਪਾਣੀ ਥੱਲੇ ਸਾਡਾ ਦਿਮਾਗ ਰੂਪੀ ਹੱਥ ਨਹੀਂ ਆਇਆ, ਫਿਰ ਸਾਡੀ ਪਿਆਸ ਨਹੀਂ ਬੁਝ ਸਕਦੀ। ਬਹੁਤ ਪਿਆਸ, ਬੜੇ ਲੰਮੇ ਟਾਈਮ ਦੀ ਤੇਹ ਲੱਗੀ ਹੋਈ ਸੀ ਪਿਆਸ, ਜਵਾਬ ਨਾ ਪਾਇਆ, ਮਰ ਮੈਨੂੰ ਉੱਤਰ ਨਹੀਂ ਕੋਈ ਮਿਲਿਆ। ਉੱਤਰ ਮਿਲੇ ਵੀ ਕਦੋਂ? ਹੁਣ ਚੇਤਾ ਰੱਖਿਓ, ਜੇ ਕੋਈ ਬੱਚਾ, ਚਲੋ ਆਪਣਾ ਵਕਤ ਹੋ ਗਿਆ, ਜੇ ਕੋਈ ਬੱਚਾ ਨਾ ਸਕੂਲ ਦਾ ਵਕਤ ਆ, ਇੱਕ ਮਿਥਿਆ ਹੋਇਆ ਸਮਾਂ ਟਾਈਮ ਆ ਵੀ 8 ਤੋਂ ਲੈ ਕੇ 2 ਤੱਕ ਜਾਂ 9 ਤੋਂ 3 ਤੱਕ, ਇਦਾਂ ਸਮਾਂ ਮਿਥ ਲਿਆ ਵੀ ਇੰਨੇ ਟਾਈਮ ਦੇ ਵਿੱਚ ਤੂੰ ਸਕੂਲ ਵਿੱਚ ਹਾਜ਼ਰ ਹੋਣਾ। ਜੋ ਉੱਥੋਂ ਦੀ ਕਾਰਵਾਈ ਆ, ਪੜ੍ਹਾਈ ਆ, ਉਹ ਤੇਰੇ ਝੋਲੇ 'ਚ ਪੈ ਜਾਊਗੀ। ਕਿਤਾਬਾਂ ਤੇ ਤੂੰ ਲਿਖ ਲਵੇਂਗਾ, ਦਿਮਾਗ ਵਿੱਚ ਲਿਖ ਲਵੇਂਗਾ, ਆ ਜਾਏਗਾ। ਤੇ ਜੇ ਕੋਈ ਬੱਚਾ ਹੁਣ ਜਾਵੇ ਭਾਈ ਛੁੱਟੀ ਤੋਂ ਬਾਅਦ ਤੇ ਟੀਚਰਾਂ ਨੂੰ ਜਾ ਕੇ ਲਾਂਭਾ ਦੇਵੇ, ਮੈਨੂੰ ਤਾਂ ਕੋਈ ਸਕੂਲ 'ਚ ਆਉਣ ਦੀ ਲੱਜਤ ਜੀ ਨਹੀਂ ਆਈ, ਕਵੇ ਮੈਨੂੰ ਤਾਂ ਸਕੂਲ ਵਿੱਚ ਆਉਣ ਦੀ ਕੋਈ ਲੱਜਤ ਜੀ ਆਈ ਨਹੀਂ, ਮੈਨੂੰ ਤਾਂ ਕੋਈ ਜਵਾਬ ਜਾ ਮਿਲਿਆ ਨਹੀਂ, ਮੇਰੇ ਤੇ ਤਾਂ ਕੋਈ ਅਸਰ ਜਾ ਹੋਇਆ ਨਹੀਂ। ਟੀਚਰ ਕੀ ਕਹਿਣਗੇ? ਮੂਰਖਾ, ਪੜ੍ਹਾਈ ਤਾਂ ਕਦੋਂ ਦੀ, ਪੜ੍ਹਾਈ ਤਾਂ ਕਦੋਂ ਦੀ ਹੋ ਚੁੱਕੀ ਆ, ਪੀਰੀਅਡ ਦਾ ਟਾਈਮ ਤਾਂ ਕਦੋਂ ਦਾ ਲੰਘ ਚੁੱਕਿਆ, ਤੂੰ ਤਾਂ ਲੇਟ ਹੋ ਗਿਆ, ਹੁਣ ਤੈਨੂੰ ਜਵਾਬ ਕਿਵੇਂ ਮਿਲੇ? ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਜਵਾਬ ਨਹੀਂ ਮਿਲਿਆ। ਚਲੋ ਉੱਥੇ ਭਗਤ ਜੀ ਦੇ ਜੀਵਨ 'ਚ ਤਾਂ ਕੋਈ ਕਮੀ ਨਹੀਂ ਹੈ, ਸਾਡੇ ਜੀਵਨ 'ਚ ਕਮੀ। ਉਹ ਗੱਲ ਸਾਨੂੰ ਕਿ ਵੀ ਅਸੀਂ ਕਹਿਣਾ ਆ ਕੇ ਵੀ ਸਾਨੂੰ ਕੋਈ ਲੱਜਤ ਨਹੀਂ ਮਿਲੀ, ਸਾਨੂੰ ਕੋਈ ਸਵਾਦ ਨਹੀਂ ਆਇਆ, ਸਾਨੂੰ ਕੋਈ ਤੇਰੇ ਦਰ ਤੋਂ ਆ ਕੇ ਕੁਛ ਪੱਲੇ ਨਹੀਂ ਪਿਆ। ਇਹ ਕਹਿੰਦਾ ਪੱਲੇ ਵੀ ਕਦੋਂ ਪਵੇ? ਕਲਾਸ ਕਦੋਂ ਦੀ ਲੱਗੀ ਆ ਉਹ ਗੌਰ ਕਰ, ਤੂੰ ਤਾਂ ਲੇਟ ਹੋ ਗਿਆ ਪੁੱਤ, ਲੇਟ ਹੋ ਗਿਆ। ਆਪਣੀ ਲੇਟ ਨੂੰ ਖਤਮ ਕਰ ਤੇ ਬੋਝੂਗੀ। ਅੱਗੇ ਕੀ ਕਿਹਾਗਾ? ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ। ਹੁਣ ਮੈਂ ਸਹੀ ਟਾਈਮ ਤੇ ਤੇਰੀ ਸ਼ਰਨ ਵਿੱਚ ਆ ਗਿਆ, ਸਹੀ ਵਕਤ ਤੇ ਆ ਗਿਆ ਨਾ, ਫਿਰ ਕੀ ਆ? ਜਿਉਂ ਜਾਨੋ ਤਿਉਂ ਗੱਤ ਮੇਰੀ, ਮੇਰੀ ਹੁਣ ਗੱਤ ਹੋਣ ਲੱਗੀ। ਗਾਤੋਂ ਭਾਵ ਅੱਗੇ ਵਧਣਾ, ਗਤੀਸ਼ੀਲ ਹੋਣਾ, ਤੇਜ਼ ਹੋਣਾ, ਅਪਡੇਟ ਹੋਣਾ ਜਿਹਨੂੰ ਆਪਾਂ ਕਹਿ ਦਈਏ। ਹੁਣ ਅਸੀਂ ਫਿਰ ਜਦੋਂ ਗੁਰੂ ਕੋਲੇ ਨਾ ਸਹੀ ਵਕਤ ਤੇ ਆਉਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਸਾਡਾ ਪ੍ਰਸ਼ਨ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ, ਫਿਰ ਅਸੀਂ ਅੱਗੇ ਅਪਡੇਟ ਹੋ ਗਏ, ਮਤਲਬ ਅਸੀਂ ਅੱਗੇ ਆ ਕੇ ਵਧਣਾ ਸ਼ੁਰੂ ਕਰ ਦਿੱਤਾ। ਅੱਗੇ ਜਾ ਕੇ ਸਾਡੀ ਗਤੀ ਹੋਣ ਲੱਗ ਗਈ। ਫਿਰ ਅਸੀਂ ਹੁਣ ਕੀ ਕਵਾਂਗੇ? ਹੁਣ ਨਹੀਂ ਕਵਾਂਗੇ ਵੀ ਸਾਨੂੰ ਲੱਜਤ ਨਹੀਂ ਆਈ ਜਾਂ ਤੇਹ ਨਹੀਂ ਬੁਝੀ ਜਾਂ ਸਾਡੇ ਅੰਦਰ ਦਾ ਭੁੱਖ ਨਹੀਂ ਮਿਟੇਗੀ। ਹੁਣ ਸਾਨੂੰ ਜੋ ਚਾਹੀਦਾ ਸੀ ਉਹ ਗਿਆਨ ਪ੍ਰਾਪਤ ਹੋ ਗਿਆ, ਅਸੀਂ ਗੁਰੂ ਅਨੁਸਾਰ ਹੋ ਗਏ ਤੇ ਗੁਰੂ ਅਨੁਸਾਰ ਹੋਇਆਂ। ਸਾਡੇ ਅੰਦਰ ਵਿਛੜਨ ਦਾ ਜਿਹੜਾ ਦਰਦ ਸੀ ਉਹ ਖਤਮ ਹੋ ਗਿਆ। ਅਸੀਂ ਜਿਹੜੇ ਹੋਰ ਵਿਛੜੇ ਹੋਏ ਨੇ ਉਹਨਾਂ ਨੂੰ ਵੀ ਜੋੜਨਾ ਸ਼ੁਰੂ ਕਰ ਦਿੱਤਾ, ਅਸੀਂ ਆਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਭਗਤ ਜੀ ਦੇ ਅੱਜ ਦੇ ਸ਼ਬਦ ਦਾ ਜੋ ਆਪਾਂ ਵਿਚਾਰ ਸੁਣੀਆਂ ਇਹ ਸੀ ਵੀ ਅਸੀਂ ਖੁਦ ਆਪਣੇ ਅੰਦਰ ਦਰਦ ਮਹਿਸੂਸ ਕਰੀਏ ਵਿਛੜਨ ਦਾ ਤੇ ਹੋਰਾਂ ਨੂੰ ਜੋੜਨ ਦਾ ਗੁਰੂ ਨਾਲ ਯਤਨ ਕਰੀਏ। ਦੋ ਪੱਖ ਨੇ ਮੇਨ, ਪੂਰੇ ਸ਼ਬਦ ਦੀਆਂ ਦੋ ਤੁਕਾਂ ਨਿਕਲੀਆਂ, ਆਪ ਜੁੜ ਗਏ, ਹੋਰਾਂ ਨੂੰ ਜੋੜ ਗਏ। ਜ਼ਰੂਰ ਇਹ ਕੰਮ ਕਰਨਾ। ਕਈ ਵਾਰ ਸਾਡਾ ਪੱਖ ਹੁੰਦਾ ਵੀ ਚਲੋ ਜਿਹੋ ਜਿਹਾ ਆਪਣਾ ਜੀਵਨ ਠੀਕ ਆ, ਆਪਾਂ ਕਿਸੇ ਤੋਂ ਕੀ ਲੈਣਾ, ਬਸ ਥੋੜਾ ਜਿਹਾ ਹਿੰਮਤ ਕਰਦੇ ਰਹੀਏ। ਇੱਕ ਨਾ ਚਿੜੀ ਵਾਲੀ ਕਹਾਣੀ ਤੁਸੀਂ ਬਹੁਤ ਵਾਰੀ ਸੁਣੀ ਆ, ਦਿੱਲੀ ਤਾਂ ਆਮ ਹੀ ਚੱਲੀ ਜਾਂਦੀ ਆ ਉਹ ਵੀ ਚਿੜੀ ਨੇ ਭਾਈ ਜੰਗਲ ਨੂੰ ਲੱਗੀ ਅੱਗ, ਚੁੰਝ ਪਾਣੀ ਦੀ ਭਰ ਕੇ ਜਾ ਕੇ ਜੰਗਲ ਸੁੱਟ ਦਿਆ ਕਰੇ ਤੇ ਉੱਥੇ ਬੋਲ ਪਏ। ਉੱਥੇ ਬਥੇਰੇ ਕਹਿੰਦੇ ਨੇ ਬਾਂਦਰ ਬੋਲ ਪਿਆ, ਹਾਥੀ ਬੋਲ ਪਿਆ, ਚਲੋ ਕੋਈ ਬੋਲ ਪਿਆ। ਇਕੱਠੇ ਹੋ ਕੇ ਪੰਛੀ ਕਹਿੰਦੇ ਤੇਰੀ ਚੁੰਝ ਪੂਰੇ ਜੰਗਲ ਦੀ ਅੱਗ ਨੂੰ ਬੁਝਾ ਨਹੀਂ ਸਕਦੀ। ਅੱਗੋਂ ਨੇ ਜਵਾਬ ਕੀ ਦਿੱਤਾ ਸੀ? ਕਹਿੰਦੇ ਮੈਨੂੰ ਪਤਾ ਮੇਰੀ ਚੁੰਝ ਦੇ ਵਿੱਚ ਪਾਣੀ ਜੰਗਲ ਦੀ ਭਿਆਨਕ ਲੱਗੀ ਹੋਈ ਅੱਗ ਨੂੰ ਬੁਝਾ ਨਹੀਂ ਸਕਦੀ, ਮੈਨੂੰ ਪਤਾ, ਪਰ ਆਉਣ ਵਾਲੇ ਟਾਈਮ ਦੇ ਵਿੱਚ ਨਾ ਮੇਰਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਲਿਖਿਆ ਜਾਣਾ ਵੀ ਉਹਨੇ ਹਿੰਮਤ ਕੀਤੀ ਸੀ। ਹੁਣ ਉਹ ਚਿੜੀ ਕਿਹੜੀ ਆ? ਉਹਨਾਂ ਨੇ ਆਪਣੇ ਨਾਲ ਜੋੜ ਲਈ ਵੀ ਭਾਈ ਤੁਸੀਂ ਚਿੜੀਆਂ ਬਣੋ, ਆਓ ਸੰਘਰਸ਼ ਦੇ ਵਿੱਚ ਜਾਣਾ ਵੀ ਚਾਹੀਦਾ। ਆਪਾਂ ਨਹੀਂ ਕਹਿੰਦੇ ਵੀ ਨਹੀਂ ਜਾਣਾ ਚਾਹੀਦਾ, ਸਭ ਨੂੰ ਆਪਣਾ ਜਿੰਨਾ ਹਿੱਸਾ ਯੋਗਦਾਨ ਪਾਉਣਾ ਚਾਹੀਦਾ।
ਹੁਣ ਆਪਾਂ ਉੱਥੇ ਯੋਗਦਾਨ ਇੱਥੇ ਕੀ ਪਾਉਣਾਗਾ, ਆਪਾਂ ਵੀ ਚਿੜੀਆਂ ਬਣ ਜਾਈਏ, ਆਪ ਵੀ ਗੁਰੂ ਨਾਲ ਜੁੜ ਜਾਈਏ ਤੇ ਹੋਰਾਂ ਨੂੰ ਗੁਰੂ ਨਾਲ ਜੋੜਨਾ ਸ਼ੁਰੂ ਕਰੀਏ। ਥੋੜਾ ਥੋੜਾ ਹਿੰਮਤ ਕਰੀਏ, ਆਓ ਭਾਈ ਜੁੜੋ, ਤੁਸੀਂ ਵੀ ਸਾਰੇ ਜੁੜੋ, ਜੋੜਨਾ ਸ਼ੁਰੂ ਕਰੀਏ। 1 ਤੋਂ 2, 2 ਤੋਂ 4 ਇਦਾਂ ਜੋੜਨਾ। ਪਤਾ ਵੀ ਸੰਸਾਰ ਵਿੱਚ ਨਸ਼ੇ ਬਹੁਤ ਖਿਲਰੇ ਹੋਏ ਨੇ, ਨਸ਼ਿਆਂ ਦੀ ਅੱਗ ਲੱਗੀ ਹੋਈ ਆ। ਸੰਸਾਰ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਲੱਗੀ ਹੋਈ ਆ। ਸੰਸਾਰ ਦੇ ਵਿੱਚ ਫੈਸ਼ਨ ਪ੍ਰਸਤੀ ਦੀ ਅੱਗ ਲੱਗੀ ਹੋਈ ਆ। ਸੰਸਾਰ ਦੇ ਵਿੱਚ ਦਾਜ ਦਹੇਜ ਲੈਣ ਦੇਣ ਦੀ ਅੱਗ ਲੱਗੀ ਹੋਈ ਆ। ਪਰ ਆਪਾਂ ਗੁਰੂ ਦੀਆਂ ਗੁਰਮੁਖ ਚਿੜੀਆਂ ਬਣ ਕੇ ਰੌਲਾ ਪਾਈਏ। ਠੀਕ ਆ ਵੀ ਇਹ ਲੱਗੀ ਹੋਈ ਅੱਗ ਸਾਡੇ ਰੌਲਾ ਪਾਉਣ ਨਾਲ ਨਹੀਂ ਬੁਝ ਸਕਦੀ, ਪਰ ਸਾਡਾ ਨਾਮ ਜ਼ਰੂਰ ਲਿਖਿਆ ਜਾਊਗਾ ਵੀ ਫਲਾਣੇ ਬੰਦੇ ਨੇ ਰੌਲਾ ਪਾਇਆ ਸੀਗਾ। ਸੋ ਆਪਾਂ ਇੱਕ ਕੋਸ਼ਿਸ਼ ਕਰਨੀ ਆ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।